ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ, ਅੰਮ੍ਰਿਤਸਰ ਦੀ ਜਨਤਾ ਇਸ ਵੇਲੇ ਸਭ ਤੋਂ ਜਿਹੜੀ ਮੇਜਰ ਸਮੱਸਿਆ ਤੋਂ ਗੁਜ਼ਰ ਰਹੀ ਹੈ ਨਾ, ਉਹ ਟ੍ਰੈਫਿਕ ਦੀ ਸਮੱਸਿਆ ਤੋਂ ਗੁਜ਼ਰ ਰਹੀ ਹੈ। ਲੋਕ ਘੰਟੋਂ ਜਾਮ 'ਚ ਫਸੇ ਰਹਿੰਦੇ ਨੇ। ਅਸੀਂ ਵੀ ਇਸ ਸ਼ਹਿਰ 'ਚ ਰਹਿ ਰਹੇ ਹਾਂ ਔਰ ਸਾਨੂੰ ਵੀ ਰੋਜ਼ ਦਿਖਦਾ ਹੈ ਇਸ ਚੀਜ਼ ਦੇ ਉੱਤੇ ਵੀ ਇਸ ਥਾਂ ਉੱਤੇ ਬੋਟਲਨੈਕ ਹੈਗੀਆਂ ਨੇ। ਰੀਗੋ ਬ੍ਰਿਜ ਤੁਹਾਨੂੰ ਪਤਾ ਹੈ ਕਿ ਉਹ ਬਹੁਤ ਪੁਰਾਣਾ ਬ੍ਰਿਜ ਹੈ, ਉਹਦੀ ਹਾਲਤ ਜਿਹੜੀ ਉਹ ਮਾੜੀ ਹੈ ਜੀ। ਉਹਦੀ ਰੀਕਨਸਟਰਕਸ਼ਨ ਜਿਹੜੀ ਉਹ ਨੀਡਡ ਹੈਗੀ ਆ। ਸੋ ਜੇ 4 ਵੀਲਰਸ ਉਹਦੇ ਉੱਤੇ ਚੱਲ ਪੈਣਗੇ, ਉਹ ਟੈਕਨੀਕਲ ਐਡਵਾਈਸ ਲੈ ਰਹੇ ਨੇ ਜੀ। ਤੇ ਜਦੋਂ ਚੱਲ ਗਏ ਤੇ ਫਿਰ ਕਾਫੀ ਹੱਦ ਤੱਕ ਜਿਹੜੀ ਸ਼ਹਿਰ ਦੀ ਅੰਦਰੂਨੀ ਜਿਹੜੀ ਟ੍ਰੈਫਿਕ ਮੈਨੇਜਮੈਂਟ ਉਹ ਠੀਕ ਹੋਏਗੀ। ਤੁਸੀਂ ਰੋਜ਼ ਦੇਖ ਰਹੇ ਹੋ ਕਿ ਬਿਲਡਿੰਗਾਂ ਪੁਰਾਣੀਆਂ ਬਣੀਆਂ ਨੇ, ਅਸੀਂ ਸੀਲ ਕਰਦੇ ਹਾਂ ਜੀ। ਸੋ ਅਸੀਂ ਉਹ ਪ੍ਰੋਸੈਸ ਚਲਾਵਾਂਗੇ। ਸਰਕਾਰ ਦੇ ਵੱਲੋਂ ਸਾਨੂੰ ਕੋਈ ਇਹੋ ਜਿਹਾ ਪ੍ਰੈਸ਼ਰ ਨਹੀਂ ਆ ਰਿਹਾ ਕਿਸੇ ਵੱਲੋਂ ਵੀ ਕਿਸੇ ਦੀ ਕੋਈ ਮਦਦ ਕਰੋ, ਕਿਸੇ ਦੀ ਗਲਤ ਮਦਦ ਕਰੋ। ਜਿਵੇਂ ਤੁਸੀਂ ਗੱਲ ਕੀਤੀ ਬਲੈਕ ਸ਼ੀਪਸ, ਸਾਡੇ ਦਫ਼ਤਰ ਦੇ ਵੀ ਕਈ ਕਰਮਚਾਰੀ ਹੋਣਗੇ ਜਿਹੜੇ ਲੋਕਾਂ ਨੂੰ ਗਲਤ ਗਾਈਡ ਵੀ ਕਰਦੇ ਆ ਕਿ ਤੁਸੀਂ ਨਕਸ਼ਾ ਕਿਉਂ ਪਾਸ ਕਰਾ, ਮੈਨੂੰ ਫੀਸ ਦਿਓ, ਇਲੀਗਲ ਬਣਾ, ਸਰਕਾਰ ਨੂੰ ਫੀਸ ਨਾ ਦਿਓ। ਸਤਿ ਸ਼੍ਰੀ ਅਕਾਲ, ਨਮਸਕਾਰ, ਮੈਂ ਹਾਂ ਦੀਪਕ ਭੰਡਾਰੀ ਤੇ ਤੁਸੀਂ ਦੇਖ ਰਹੇ ਹੋ D4 ਨਿਊਜ਼। ਅੰਮ੍ਰਿਤਸਰ ਦੇ ਵਿੱਚ ਠੀਕ 1 ਮਹੀਨੇ ਦੇ ਬਾਅਦ G20 ਸਮਿਟ ਹੋਣ ਜਾ ਰਿਹਾ ਹੈ, ਪਰ ਜੇ ਅੰਮ੍ਰਿਤਸਰ ਦੀਆਂ ਸੜਕਾਂ ਦਾ ਹਾਲ ਦੇਖੀਏ, ਟ੍ਰੈਫਿਕ ਜਾਮ ਇੰਨਾ ਹੈ ਕਿ ਲੋਕ ਕਈ ਘੰਟੇ ਟ੍ਰੈਫਿਕ ਜਾਮ 'ਚ ਫਸੇ ਰਹਿੰਦੇ ਨੇ। ਕੀ 1 ਮਹੀਨੇ ਦੇ ਵਿੱਚ ਕੋਈ ਮਿਰਾਕਲ ਹੋ ਜਾਏਗਾ, ਕੋਈ ਚਮਤਕਾਰ ਹੋ ਜਾਏਗਾ ਕਿ ਸਾਰਾ ਸਿਸਟਮ ਠੀਕ ਹੋ ਜਾਏਗਾ? ਸਾਡੇ ਨਾਲੇ ਅੰਮ੍ਰਿਤਸਰ ਦੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਸਰ, ਨਮਸਕਾਰ ਜੀ। ਨਮਸਕਾਰ ਜੀ, ਤੁਹਾਡਾ ਸਵਾਗਤ ਹੈ ਜੀ ਰਿਸ਼ੀ ਜੀ ਸਾਡੇ ਚੈਨਲ 'ਚ। ਧੰਨਵਾਦੀ ਹਾਂ ਮੈਂ D4 ਨਿਊਜ਼ ਚੈਨਲ ਦਾ, ਜਿਨ੍ਹਾਂ ਨੇ ਅੱਜ ਮੌਕਾ ਦਿੱਤਾ ਹੈ ਅੰਮ੍ਰਿਤਸਰ ਦੀ ਜਨਤਾ ਦੇ ਰੂਬਰੂ ਹੋਣ ਦਾ। ਰਿਸ਼ੀ ਜੀ ਦੇਖੋ, 1 ਮਹੀਨੇ ਬਾਅਦ G20 ਸਮਿਟ ਹੋਣ ਜਾ ਰਿਹਾ। ਬਹੁਤ ਸਾਰੇ ਕਹਿੰਦੇ ਨਾ ਜੀ, ਵਿਦੇਸ਼ਾਂ ਤੋਂ ਬਹੁਤ ਸਾਰੇ ਡੈਲੀਗੇਟਸ ਇੱਥੇ ਆਉਣੇ ਨੇ ਜਿਹੜੇ ਕਿ ਆ ਕੇ ਸਾਡੇ ਗੁਰੂ ਨਗਰੀ ਨੂੰ ਦੇਖਣਗੇ। ਐਸੀਆਂ ਚੀਜ਼ਾਂ ਵੀ ਉਹਨਾਂ ਨੂੰ ਦੇਖਣਗੇ ਕਿ ਜਿਹੜੀਆਂ ਕਿ ਇਤਿਹਾਸਿਕ ਹੋਣਗੀਆਂ। ਪਰ ਜੇ ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ, ਅੰਮ੍ਰਿਤਸਰ ਦੀ ਜਨਤਾ ਇਸ ਵੇਲੇ ਸਭ ਤੋਂ ਜਿਹੜੀ ਮੇਜਰ ਸਮੱਸਿਆ ਤੋਂ ਗੁਜ਼ਰ ਰਹੀ ਹੈ ਨਾ, ਉਹ ਟ੍ਰੈਫਿਕ ਦੀ ਸਮੱਸਿਆ ਤੋਂ ਗੁਜ਼ਰ ਰਹੀ ਹੈ। ਲੋਕ ਘੰਟੋਂ ਜਾਮ 'ਚ ਫਸੇ ਰਹਿੰਦੇ ਨੇ। ਵੀ ਕਿਆ ਕੋਈ ਲੋਕ ਤੇ ਇਹ ਕਹਿਣ ਲੱਗ ਗਏ ਨੇ ਵੀ ਨਾ ਸਰਕਾਰ ਕੋ ਕੋਈ ਪਲਾਨ ਹੈ, ਨਾ ਨਗਰ ਨਿਗਮ ਕੋ ਕੋਈ ਪਲਾਨ ਹੈ, ਤੇ ਨਾ ਹੀ ਪੁਲਿਸ ਜਾਂ ਐਡਮਿਨਿਸਟ੍ਰੇਸ਼ਨ ਕੋ ਕੋਈ ਪਲਾਨ ਹੈ ਵੀ ਇਸ ਜਾਮ ਤੋਂ ਲੋਕਾਂ ਨੂੰ ਮੁਕਤੀ ਮਿਲੇ। ਦੇਖੋ, ਬਿਲਕੁਲ 1 ਮਹੀਨੇ ਬਾਅਦ ਜਿਹੜੀ ਆ ਅੰਮ੍ਰਿਤਸਰ ਦੇ ਵਿੱਚ 2 G20 ਦੀਆਂ ਮੀਟਿੰਗਸ ਹੋਣ ਵਾਲੀਆਂ ਨੇ। ਇੱਕ ਐਜੂਕੇਸ਼ਨ ਦਾ ਵਰਕਿੰਗ ਗਰੁੱਪ ਹੈ ਔਰ ਇੱਕ ਲੇਬਰਸ ਦਾ। ਸੋ ਦੋਵੇਂ ਬੜੀਆਂ ਇੰਪੋਰਟੈਂਟ ਮੀਟਿੰਗਸ ਆ, ਜਿਹਦੇ ਵਿੱਚ ਪੂਰੇ ਦੁਨੀਆ ਭਰ ਤੋਂ ਜਿਹੜੇ ਸਾਡੇ ਇੰਪੋਰਟੈਂਟ ਕੰਟਰੀਜ਼ ਨੇ G20 ਦੇ, ਉਹਨਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਔਰ ਇਸ ਸ਼ਹਿਰ ਨੂੰ ਸੁਭਾਗ ਪ੍ਰਾਪਤ ਹੋਇਆ ਹੈ ਕਿ ਇਹੋ ਜਿਹੀ ਮੀਟਿੰਗ ਜਿਹੜੀ ਆ ਅੰਮ੍ਰਿਤਸਰ ਦੇ ਵਿੱਚ ਹੋ ਰਹੀ ਹੈ। ਔਰ ਉਹਦੇ ਲਈ ਸਾਡੇ ਵੱਲੋਂ ਜਿਹੜੀਆਂ ਤਿਆਰੀਆਂ ਨੇ, ਜਿਹੜੇ ਅਸੀਂ ਸਿਵਲ ਵਰਕਸ ਕਰਨੇ ਆ, ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਕੀਤੇ ਜਾਣੇ ਆ, ਕੁਝ PW ਵੱਲੋਂ ਕੀਤੇ ਜਾਣੇ ਆ, ਕੁਝ ਇੰਪਰੂਵਮੈਂਟ ਟਰਸਟ ਅੰਮ੍ਰਿਤਸਰ ਵੱਲੋਂ ਵੀ ਕੀਤੇ ਜਾ ਰਹੇ ਨੇ। ਸੋ ਇਹ ਸਾਰੇ ਕੰਮ ਜਿਹੜੇ ਨੇ ਹੁਣ ਪੂਰੀ ਫੁੱਲ ਸਵਿੰਗਸ 'ਤੇ ਅਸੀਂ ਕਰਨੇ ਸ਼ੁਰੂ ਕਰ ਦਿੱਤੇ ਨੇ। ਸਾਡੀਆਂ ਇੰਪੋਰਟੈਂਟ ਰੋਡ ਜਿਹੜੀਆਂ ਰੀਲੇ ਹੋਣ ਵਾਲੀਆਂ ਸੀ, ਜਿਵੇਂ ਸਾਡੀ ਗੋਲਡਨ ਗੇਟ ਤੋਂ ਲੈ ਕੇ ਔਰ ਨਾਰਾਇਣਗੜ੍ਹ ਇੰਡੀਆ ਗੇਟ ਤੱਕ ਜਿਹੜੀ ਹੈ ਸਾਡੀ ਜਿਹੜੀ BRTS ਰੂਟ ਹੈ, ਉਹਨੂੰ ਅਸੀਂ ਰੀਲੇ ਕਰਨੇ ਹੈ। ਇਸ ਤੋਂ ਬਿਨਾਂ PWD ਡਿਪਾਰਟਮੈਂਟ ਵੱਲੋਂ ਜਿਹੜੀਆਂ ਤੁਹਾਡੀਆਂ ਫਤਿਹਗੜ੍ਹ ਚੂੜੀਆਂ ਰੋਡ ਹੈ, ਇਹ ਰੀਲੇ ਕਰਨ ਲੱਗੇ ਨੇ। ਔਰ ਏਅਰਪੋਰਟ ਤੋਂ ਮੀਰਾਕੋਟ ਭਰਤੀ ਹਸਪੀਟਲ ਤੱਕ ਜਿਹੜੀ ਰੋਡ ਰੀਲੇ ਕਰਨੀ ਹੈ। ਔਰ UBDC ਕਨਾਲ ਦੇ ਨਾਲ ਜਿਹੜੀ ਰੋਡ ਹੋਣੀ ਰੀਲੇ। ਇਹ ਸਾਰੇ ਇੰਪੋਰਟੈਂਟ ਪ੍ਰੋਜੈਕਟਸ ਨੇ ਜਿਹੜੇ ਸ਼ੁਰੂ ਹੋ ਚੁੱਕੇ ਨੇ। ਔਰ ਅਸੀਂ ਆਸ ਕਰਦੇ ਹਾਂ ਕਿ ਬਿਫੋਰ G20 ਜਿਹੜੇ ਮੀਟਿੰਗਸ ਆ, ਉਹਨਾਂ ਤੋਂ ਪਹਿਲਾਂ ਇਹ ਕੰਮ ਖਤਮ ਕਰ ਲਏ ਜਾਣਗੇ। ਇਸ ਤੋਂ ਇਲਾਵਾ ਜਨਰਲ ਜਿਹੜੀ ਸਾਡੀ ਰਿਪੇਅਰ ਵਰਕਸ ਨੇ, ਤੁਸੀਂ ਦੇਖਿਆ ਹੋਊਗਾ ਕਈ ਥਾਵਾਂ 'ਤੇ ਰੋਡਸ ਦੇ ਉੱਤੇ ਸਾਡੀ ਜਿਹੜੇ ਡਿਵਾਈਡਰ ਦੇ ਨੋਜ਼ ਹੈਗੇ ਨੇ, ਉਹ ਟੁੱਟੇ ਹੋਏ ਨੇ, ਜਾਂ ਕਈ ਥਾਵਾਂ 'ਤੇ ਜਿਹੜੀਆਂ ਟਾਈਲਸ ਨੇ ਉਹ ਬੈਠੀਆਂ ਹੋਈਆਂ ਨੇ। ਉਹ ਸਾਰੀਆਂ ਦੀ ਰਿਪੇਅਰ ਵੀ ਅਸੀਂ ਨਾਲੋਂ ਨਾਲ ਹੀ ਜਿਹੜੀ ਸ਼ੁਰੂ ਕਰ ਦਿੱਤੀ ਹੈ। ਸੰਦੀਪ ਜੀ, ਇਹ ਬਿਲਕੁਲ ਠੀਕ ਹੈ। ਦੇਖੋ, ਤੁਸੀਂ ਡਿਵੈਲਪਮੈਂਟ ਦੇ ਕੰਮ ਤਾਂ ਗਿਣਾ ਰਹੇ ਹੋ, ਪਰ ਇਸ ਵੇਲੇ ਲੋਕ ਜਿਹੜੀ ਮੇਜਰ ਸਮੱਸਿਆ ਤੋਂ ਗੁਜ਼ਰ ਰਹੇ ਨੇ, ਉਹ ਹੈ ਟ੍ਰੈਫਿਕ। ਕਿਉਂਕਿ ਕਿਸੇ ਨੇ ਹਸਪੀਟਲ ਪਹੁੰਚਣਾ ਹੈ, ਬਹੁਤ ਸਾਰੀਆਂ ਤੁਸੀਂ ਵੀ ਦੇਖਦੇ ਹੋ, ਰੋਡ 'ਤੇ ਜਾਂਦੇ ਹੋ, ਐਂਬੂਲੈਂਸ ਫਸ ਜਾਏ, ਬੱਚੇ ਸਕੂਲ ਤੋਂ ਕਈ ਘੰਟੇ ਲੇਟ ਪਹੁੰਚ ਰਹੇ ਨੇ। ਟ੍ਰੈਫਿਕ ਕੋਈ ਦਿਨ ਐਸਾ ਨਹੀਂ ਜਾਂਦਾ ਵੀ ਜਿੱਦਣ ਕੋਈ ਐਕਸੀਡੈਂਟ ਨਹੀਂ ਹੁੰਦੇ, ਲੋਕ ਲੜਦੇ ਨਹੀਂ ਹੈ। ਬਿਲਕੁਲ ਤੁਹਾਡੀ ਬੜਾ ਜਿਹੜਾ ਵੈਲਿਡ ਕੰਸਰਨ ਹੈ। ਔਰ ਅਸੀਂ ਰੋਜ਼ਾਨਾ ਦੇਖ ਵੀ ਰਹੇ ਹਾਂ ਜਿਹੜਾ ਟ੍ਰੈਫਿਕ ਦਾ ਅੰਮ੍ਰਿਤਸਰ ਸ਼ਹਿਰ ਦੇ ਆਲੇ ਦੁਆਲੇ ਜਿਹੜਾ ਬਾਈਪਾਸ ਹੈ ਮੇਨ, ਉਹ ਤਕਰੀਬਨ 3 ਜਾਂ 4 ਥਾਵਾਂ ਉੱਤੇ ਉਹਦੇ ਉੱਤੇ ਜਿਹੜੇ ਨੇ ਉਹ ਓਵਰ ਬ੍ਰਿਜਸ ਬਣਨ ਵਾਲੇ ਸ਼ੁਰੂ ਹੋ ਗਏ ਨੇ ਨੈਸ਼ਨਲ ਹਾਈਵੇ ਦੇ। ਸੋ ਉੱਥੇ ਪਰਸੋਂ ਸਾਡੇ ਮਾਨਯੋਗ ਮੰਤਰੀ ਸਾਹਿਬ ਨੇ ਮੀਟਿੰਗ ਕੀਤੀ ਸੀ। ਉਹਦੇ ਵਿੱਚ ਨੈਸ਼ਨਲ ਹਾਈਵੇ ਦੇ ਨੁਮਾਇੰਦੇ ਵੀ ਸੱਦੇ ਗਏ ਸੀ ਔਰ ਉਹਨਾਂ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਦੋਂ ਵੀ ਤੁਸੀਂ ਜਦੋਂ ਓਵਰਬ੍ਰਿਜ ਬਣਾਉਣਾ ਹੈ ਕਿਤੇ ਵੀ, ਤਾਂ ਉਹਦੀਆਂ ਸਰਵਿਸ ਲੇਨ ਜਿਹੜੀਆਂ ਨੇ ਉਹਨਾਂ ਦੀ ਹਾਲਤ ਬਹੁਤ ਚੰਗੀ ਹੋਣੀ ਚਾਹੀਦੀ ਹੈ। ਵੱਲੇ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਉੱਥੇ ਜਿਹੜੀ ਸਰਵਿਸ ਲੇਨ ਜਾਂ ਡਾਇਵਰਸ਼ਨ ਦਿੱਤੀ, ਜਿਹੜੀ ਜਿੱਥੋਂ ਟ੍ਰੈਫਿਕ ਡਿਵਰਟ ਹੁੰਦਾ, ਉਹਦੇ ਵਿੱਚ ਕਾਫੀ ਜ਼ਿਆਦਾ ਉਬੜ ਖਾਬੜ ਜਗ੍ਹਾ ਜਿਹੜੀ ਹੈਗੀ ਆ। ਉਹਦੇ ਕਰਕੇ ਕੀ ਹੈ ਕਿ ਸਮੂਥ ਟ੍ਰੈਫਿਕ ਦੀ ਮੂਵਮੈਂਟ ਜਿਹੜੀ ਉਹਦੇ ਵਿੱਚ ਮੁਸ਼ਕਿਲ ਆਉਂਦੀ ਹੈ। ਸੋ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਜਿੱਥੇ ਵੀ ਤੁਸੀਂ ਡਾਇਵਰਸ਼ਨ ਦੇ ਰਹੇ ਹੋ ਜਾਂ ਸਲਿੱਪ ਰੋਡ ਪਹਿਲਾਂ ਬਣਾ ਰਹੇ ਹੋ,
ਬਿਫੋਰ ਦਾ ਕੰਸਟਰਕਸ਼ਨ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਜਿਹੜੀਆਂ ਵੈਲ ਮੈਟਲਡ ਰੋਡ ਹੋਣੀਆਂ ਚਾਹੀਦੀਆਂ ਤਾਂ ਕਿ ਟ੍ਰੈਫਿਕ ਦੀ ਮੂਵਮੈਂਟ ਜਿਹੜੀ ਉਹ ਸਮੂਥ ਹੋ ਜਾਏ। ਨਹੀਂ ਸਰ, ਇਹ ਤਾਂ ਸਰ ਸਾਰੀਆਂ ਉਹ ਚੀਜ਼ਾਂ ਨੇ ਨਾ ਜਿਹੜੀਆਂ ਤੁਸੀਂ ਕਹਿ ਰਹੇ ਹੋ ਵੀ ਇਹ ਹੋਣੀਆਂ ਚਾਹੀਦੀਆਂ, ਬਟ ਧਰਾਤਲ ਜ਼ਮੀਨ ਤੇ ਇਹ ਚੀਜ਼ਾਂ ਹੋ ਨਹੀਂ ਰਹੀਆਂ। ਵੀ ਲੋਕਾਂ ਨੂੰ ਇਹ ਕੰਸਰਨ ਹੈ ਜੀ ਵੀ ਅੱਜ ਭੁੱਖ ਤੇ ਅੱਜ ਲੱਗੀ ਹੈ ਜੀ ਤੇ ਰੋਟੀ 1 ਮਹੀਨੇ ਬਾਅਦ ਨਹੀਂ ਖਾਏਗਾ ਨਾ ਜੀ ਬੰਦਾ। ਉਸੇ ਵੇਲੇ ਇਹੋ ਗੱਲ ਜਿਹੜੀਆਂ ਸੀ ਕੰਸਰਨ, ਕਿਉਂਕਿ ਅਸੀਂ ਵੀ ਇਸ ਸ਼ਹਿਰ 'ਚ ਰਹਿ ਰਹੇ ਹਾਂ ਔਰ ਸਾਨੂੰ ਵੀ ਰੋਜ਼ ਦਿਖਦਾ ਹੈ ਇਸ ਚੀਜ਼ ਦੇ ਉੱਤੇ ਵੀ ਇਸ ਥਾਂ ਉੱਤੇ ਬੋਟਲਨੈਕ ਹੈਗੀਆਂ ਨੇ। ਇਹ ਤੇ ਹੋ ਗਈ ਬਾਈਪਾਸ ਦੀ, ਬਾਈਪਾਸ ਤੋਂ ਬਾਹਰੋਂ ਮੂਵਮੈਂਟ ਜਿਹੜੀ ਆਉਂਦੀ ਹੈ ਉਹ ਹੈਂਪਰ ਹੋ ਰਹੀ ਹੈ। ਸੈਕੰਡਲੀ ਜਿਹੜੀ ਸਾਡਾ ਸ਼ਹਿਰ ਦੇ ਵਿੱਚ ਰੀਗੋ ਬ੍ਰਿਜ, ਤੁਹਾਨੂੰ ਪਤਾ ਹੈ ਕਿ ਉਹ ਬਹੁਤ ਪੁਰਾਣਾ ਬ੍ਰਿਜ ਹੈ, 1893 'ਚ ਬਣਨਾ ਸ਼ੁਰੂ ਹੋਇਆ ਸੀ, 1895 'ਚ ਕੰਪਲੀਟ ਹੋਇਆ ਔਰ ਮੋਰ ਦੈਨ 100 ਈਅਰਸ 올ਡ ਬ੍ਰਿਜ ਹੈਗਾ ਔਰ ਉਹਦੀ ਹਾਲਤ ਜਿਹੜੀ ਉਹ ਮਾੜੀ ਹੈ ਜੀ। ਉਹਦੀ ਰੀਕਨਸਟਰਕਸ਼ਨ ਜਿਹੜੀ ਉਹ ਨੀਡਡ ਹੈਗੀ ਆ ਔਰ ਉਹਦੇ ਲਈ ਸਨ 2016-17 ਵਿੱਚ ਜਦੋਂ ਇਹ ਅੰਮ੍ਰਿਤਸਰ ਦੇ ਵਿੱਚ ਹੋਰ ਪੁਲਾਂ ਦਾ ਜਿਹੜਾ ਪ੍ਰੋਜੈਕਟ ਸੀ, ਉਦੋਂ ਮੈਂ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਸੀ, ਉਸ ਵੇਲੇ ਅਸੀਂ ਸ਼ੁਰੂ ਕੀਤਾ ਸੀ ਕਿ ਇੰਪਰੂਵਮੈਂਟ ਟਰਸਟ ਇਹ ਪੁਲ ਬਣਾਵੇਗਾ ਜਿਹਦੇ ਵਿੱਚ ਵੱਲੇ ਵਾਲਾ ਓਵਰ ਬ੍ਰਿਜ ਹੋ ਗਿਆ, ਤੁਹਾਡਾ 22 ਨੰਬਰ ਫਾਟਕ ਹੋ ਗਿਆ, ਰੇਲਵੇ ਅੰਡਰ ਬ੍ਰਿਜ, ਦੈਨ 22 ਨੰਬਰ ਫਾਟਕ ਵਾਲਾ ਬ੍ਰਿਜ ਹੋ ਗਿਆ ਔਰ ਫੋਰੈਸਟ ਚੌਂਕ ਫਲਾਈਓਵਰ ਵੀ ਸੀ, ਉਸ ਵੇਲੇ ਸੋਚਿਆ ਸੀ ਕਿ ਇਹਨੂੰ ਫਲਾਈਓਵਰ ਬਣਾ ਦੇਵਾਂਗੇ। ਸੋ ਉਹਨਾਂ ਬ੍ਰਿਜਸ ਦੇ ਵਿੱਚ ਹੀ ਇੱਕ ਬ੍ਰਿਜ ਸੀ ਰੀਗੋ ਬ੍ਰਿਜ ਰੀਕਨਸਟਰਕਸ਼ਨ। ਉਸ ਵੇਲੇ ਕਿਉਂਕਿ ਭੰਡਾਰੀ ਬ੍ਰਿਜ ਡਿਸਾਈਡ ਹੋ ਗਿਆ ਸੀ ਕਿ ਪਹਿਲਾਂ ਬਣਨਾ ਔਰ ਇੱਧਰੋਂ 22 ਨੰਬਰ ਫਾਟਕ ਵੀ ਬਣਨਾ। ਸੋ ਇਮੀਡੀਏਟਲੀ 3 ਫਲਾਈਓਵਰ ਬਣਾਉਣੇ ਜਿਹੜੇ ਸੀ ਉਹ ਪੋਸੀਬਲ ਨਹੀਂ ਸੀ ਕਿਉਂਕਿ ਇਹਨਾਂ ਦੋਵਾਂ ਫਲਾਈਓਵਰ ਦੇ ਉੱਤੋਂ ਲੋਡ ਜਿਹੜਾ ਸੀ ਉਹ ਕਾਫੀ ਹੱਦ ਦੇ ਵਿੱਚ ਰੀਗੋ ਬ੍ਰਿਜ ਚੱਲ ਜਾਂਦਾ ਸੀ ਉਸ ਵੇਲੇ। ਹੁਣ ਪਰ ਪਿੱਛੇ ਜੇ ਕੁਝ ਇਹੋ ਜਿਹੇ ਇੰਸੀਡੈਂਟ ਬਾਹਰਲੇ ਸਟੇਟਾਂ ਦੇ ਵਿੱਚ ਵੀ ਹੋਏ ਆ ਕਿ ਪੁਰਾਣੇ ਬ੍ਰਿਜ ਕਲੈਪਸ ਕੀਤੇ ਨੇ। ਸੋ ਇਹਦੀ ਬ੍ਰਿਜ ਦੀ ਜਿਹੜੀ ਉਹ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਦੁਬਾਰਾ ਇਹਦੀ ਇੰਸਪੈਕਸ਼ਨ ਕਰਵਾ ਕੇ ਔਰ ਦੇਖਿਆ ਕਿ ਬ੍ਰਿਜ ਜਿਹੜਾ ਹੈ 4 ਵੀਲਰਸ ਦਾ ਟ੍ਰੈਫਿਕ ਨਹੀਂ ਲੈ ਸਕਦਾ। ਸੋ 2 ਵੀਲਰਸ ਨੂੰ ਛੱਡ ਕੇ ਬਾਕੀ 4 ਵੀਲਰਸ ਦਾ ਜਿਹੜਾ ਉੱਤੇ ਟ੍ਰੈਫਿਕ ਬੰਦ ਕੀਤਾ ਗਿਆ। ਉਹਦੇ ਕਰਕੇ ਨੋ ਡਾਊਟ ਕਾਫੀ ਵੱਡੀ ਗਿਣਤੀ ਵਿੱਚ ਜਿਹੜੇ ਵਹੀਕਲਰ ਟ੍ਰੈਫਿਕ ਸੀ 4 ਵੀਲਰਸ ਵਾਲਾ ਉਹ ਜਿਹੜਾ ਉੱਥੋਂ ਲੰਘਦਾ ਸੀ ਉਹ ਹੁਣ ਦੂਜੇ ਪਾਸੇ ਜਾਣਾ ਸ਼ੁਰੂ ਹੋ ਗਿਆ। ਭੰਡਾਰੀ ਬ੍ਰਿਜ ਉੱਤੇ ਦੀ ਮੂਵਮੈਂਟ ਵੱਧ ਹੋ ਗਈ ਹੈ, ਅਜੇ 22 ਨੰਬਰ ਫਾਟਕ ਖੁੱਲ੍ਹਿਆ ਨਹੀਂ ਹੈ, 22 ਨੰਬਰ ਫਾਟਕ ਵਾਲਾ ਬ੍ਰਿਜ ਜਿਹੜਾ ਉਹ ਖੁੱਲ੍ਹਿਆ ਨਹੀਂ ਹੈ। ਸੋ ਇਹਦੇ ਕਰਕੇ ਥੋੜ੍ਹਾ ਜਿਹਾ ਇੰਬੈਲੈਂਸ ਇਸ ਸਟੇਜ ਦੇ ਉੱਤੇ ਹੋਇਆ। ਉਹ ਮਾਨਯੋਗ ਡੀ ਸਾਹਿਬ ਨੇ ਉਹਦੇ ਵਿੱਚ ਵੇਖਿਆ ਵੀ ਉਹਦੇ ਵਿੱਚ ਉਹਨਾਂ ਨੇ ਦੁਬਾਰਾ ਉਹਦੀ ਐਗਜ਼ਾਮੀਨੇਸ਼ਨ ਵੀ ਕਰਵਾਈ ਹੈ ਅਤੇ ਥੋੜ੍ਹੇ ਦਿਨਾਂ ਦੇ ਵਿੱਚ ਸ਼ਾਇਦ ਉਹਦੇ ਆਰਡਰ ਵੀ ਪਾਸ ਕਰ ਦੇਣਗੇ। ਉਹਦੇ ਵਿੱਚ ਨਾਨ ਕਮਰਸ਼ੀਅਲ 4 ਵੀਲਰ ਜਿਹੜੇ ਨੇ ਉਹ ਕਿਉਂਕਿ ਪਹਿਲਾਂ ਵੀ ਚੱਲ ਰਹੇ ਸੀ ਜੀ, ਜੋ ਉਹਦੀ ਉਹ ਐਗਜ਼ਾਮੀਨੇਸ਼ਨ ਕਰਵਾ ਰਹੇ ਨੇ। ਹੋ ਸਕਦਾ ਹੈ ਕਿ ਥੋੜ੍ਹੇ ਦਿਨਾਂ ਵਿੱਚ ਇਹ ਡਿਸੀਜਨ ਲੈ ਲਿਆ ਜਾਵੇ ਤਾਂ ਕਿ ਕਿਉਂਕਿ ਜਦੋਂ ਤੱਕ ਸਾਡੇ ਪੁਲ ਨਹੀਂ ਬਣਦੇ ਉਦੋਂ ਤੱਕ ਰੀਜ਼ ਕਰਨਾ ਮੁਸ਼ਕਿਲ ਹੋ ਜਾਏਗਾ। ਸੋ ਜੇ 4 ਵੀਲਰਸ ਉਹਦੇ 'ਤੇ ਚੱਲ ਪੈਣਗੇ, ਉਹ ਟੈਕਨੀਕਲ ਐਡਵਾਈਸ ਲੈ ਰਹੇ ਨੇ ਤੇ ਜਦੋਂ ਚੱਲ ਗਏ ਤੇ ਫਿਰ ਕਾਫੀ ਹੱਦ ਤੱਕ ਜਿਹੜੀ ਸ਼ਹਿਰ ਦੀ ਅੰਦਰੂਨੀ ਜਿਹੜੀ ਟ੍ਰੈਫਿਕ ਮੈਨੇਜਮੈਂਟ ਉਹ ਠੀਕ ਹੋਏਗੀ। ਬਾਕੀ ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਨੇ ਵੀ G20 ਕਰਕੇ ਆਪਣੇ ਹੈੱਡਕੁਆਟਰ ਦੇ ਉੱਤੋਂ ਵਾਧੂ ਨਫਰੀ ਜਿਹੜੀ ਉਹ ਟ੍ਰੈਫਿਕ ਪੁਲਿਸ ਦੀ ਮੰਗੀ ਹੈ ਕਿਉਂਕਿ ਬਹੁਤ ਸਾਰੇ ਚੌਂਕਾਂ ਵਿੱਚ ਟ੍ਰੈਫਿਕ ਪੁਲਿਸ ਜੇ ਖੜ੍ਹ ਜੇ ਤਾਂ ਮੂਵਮੈਂਟ ਜਿਹੜੀ ਉਹ ਠੀਕ ਹੋ ਜਾਏਗੀ। ਕੁਝ ਉਹਨਾਂ ਵੱਲੋਂ ਕਮਿਸ਼ਨਰ ਪੁਲਿਸ ਵੱਲੋਂ ਇਹ ਵੀ ਸੁਝਾਅ ਦਿੱਤੇ ਗਏ ਨੇ, ਕੁਝ ਚੌਂਕ ਜਿਵੇਂ ਮੀਰਾਕੋਟ ਹੈ ਚੌਂਕ ਆ, ਉਹਦੇ ਵਿੱਚ ਤੁਸੀਂ ਵੇਖੋਗੇ ਜੇ ਚੌਂਕ ਦੇ ਵਿੱਚ ਕ੍ਰੋਸਿੰਗ ਹੁੰਦੀ ਆ ਤੇ ਉੱਥੇ ਟ੍ਰੈਫਿਕ ਜੈਮ ਹੁੰਦਾ। ਜਦੋਂ ਦੀ ਉਹਦੇ ਵਿੱਚ ਕ੍ਰੋਸਿੰਗ ਬੰਦ ਕੀਤੀ ਹੋਈ ਆ ਔਰ ਥੋੜ੍ਹਾ ਅੱਗੇ ਜਾ ਕੇ ਕੱਟ ਲੈਣਾ ਪੈਂਦਾ ਤਾਂ ਉਹ ਜਿਹੜੀ ਉੱਥੇ ਬੋਟਲਨੈਕ ਸੀ ਉਹ ਖਤਮ ਹੋਈ ਆ। ਔਰ ਅਸੀਂ ਦੇਖਦੇ ਸੀ ਕਿ ਲੋਕੀ ਏਅਰਪੋਰਟ ਨੂੰ ਜਾ ਰਹੇ ਨੇ, ਡੇਲੀ ਫਲਾਈਟਸ ਮਿਸ ਹੋ ਜਾਂਦੀਆਂ ਕਈਆਂ ਦੀਆਂ। ਸੰਦੀਪ ਜੀ, ਇਸ ਤਰ੍ਹਾਂ ਦੇਖੋ, ਤੁਹਾਡੇ ਕੋਲ ਤੁਸੀਂ ਅੰਮ੍ਰਿਤਸਰ ਸ਼ਹਿਰ ਦੇ ਵਾਸੀ ਹੋ, ਤੁਸੀਂ ਇੱਥੇ ਬਹੁਤ ਸਾਰੀਆਂ ਪੋਸਟਾਂ 'ਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਤੁਸੀਂ ਰਹੇ ਜੀ, ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ 'ਚ ਵੀ ਤੁਸੀਂ ਐਡਮਿਨਿਸਟ੍ਰੇਟਰ ਰਹੇ ਜੀ, ਕਮਿਸ਼ਨਰ ਤੁਸੀਂ ਹੋ ਨਗਰ ਨਿਗਮ ਦੇ, ਤੁਸੀਂ ਸਮਾਰਟ ਜਿਹੜਾ ਸਿਟੀ ਪ੍ਰੋਜੈਕਟ ਹੈ ਉਹਦੇ ਵੀ ਸ਼ਾਇਦ ਤੁਹਾਡੇ ਕੋਲ ਉਹਦਾ ਹੀ CEO ਤੁਸੀਂ ਇਸ ਵੇਲੇ। ਤੇ ਦੇਖੋ, ਤੁਸੀਂ ਤਾਂ ਲੋਕਾਂ ਦੀਆਂ ਮਸਲਿਆਂ ਨੂੰ ਸਮਝਦੇ ਹੋ ਵੀ ਕੀ ਮੁਸ਼ਕਿਲਸ ਨੇ। ਬਹੁਤ ਸਾਰੇ ਚੌਂਕ ਐਸੇ ਨੇ ਜਿੱਥੇ ਟ੍ਰੈਫਿਕ ਸਿਗਨਲ ਹੀ ਨਹੀਂ ਹੈ। ਹਮੇਸ਼ਾ ਗੱਲ ਕੀਤੀ ਜਾਂਦੀ ਵੀ ਅਸੀਂ ਇੱਥੇ CCTV ਕੈਮਰੇ ਲਗਾਉਣੇ ਆ, ਉਹ ਨਹੀਂ ਹੈ ਤਾਂ ਕਿ ਕ੍ਰਾਈਮ ਕੰਟਰੋਲ ਹੋਵੇ, ਉਹ ਨਹੀਂ ਹੋ ਪਾ ਰਿਹਾ। ਮਤਲਬ ਕੁੱਲ ਮਿਲਾ ਕੇ ਇਹ ਦੇਖੋ, ਹੁਣ ਤੇ ਬਹੁਤ ਸਾਰੇ ਡੈਲੀਗੇਟਸ ਬਾਹਰੋਂ ਆਣੇ, ਬਟ ਕਿਆ ਅੰਮ੍ਰਿਤਸਰ ਵਾਸੀ ਜਿਨ੍ਹਾਂ ਨੇ ਇੱਥੇ ਰਹਿਣਾ, ਟ੍ਰੈਫਿਕ ਇਹ ਹੈ ਕਿ ਹਰ ਰੋਜ਼ ਹਰ ਮਹੀਨੇ ਜੇ ਅਸੀਂ ਗੱਲ ਕਰੀਏ ਤਾਂ ਹਰ ਮਹੀਨੇ ਕੋਈ 300-400 ਗੱਡੀ ਜਿਹੜੀ ਹੈ ਉਹ ਅੰਮ੍ਰਿਤਸਰ ਦੀ ਸੜਕ 'ਤੇ ਨਵੀਂ ਉਤਰ ਰਹੀ ਹੈ। ਵੀ ਕਿਆ ਜਿਵੇਂ ਪੁਤਲੀ ਘਰ ਹੋ ਗਿਆ ਜਾਂ ਜਿਵੇਂ ਕੁਛ ਐਸੇ ਛੋਟੇ ਚੌਂਕ ਹੈ, ਕਿਆ ਫਿਊਚਰ ਪਲਾਨਿੰਗ ਹੈਗੀ ਹੈ ਵੀ ਇਹਨਾਂ ਛੋਟਿਆਂ ਚੌਂਕ ਦੇ ਉੱਪਰ ਵੀ ਕੁਛ ਬਣਾਇਆ ਜਾਵੇ? ਮਤਲਬ ਕਿਸੇ ਤਰ੍ਹਾਂ ਲੋਕਾਂ ਨੂੰ ਦੇਖੋ, ਜਿਹੜੀ ਬੇਸਿਕ ਲੋਕਾਂ ਨੂੰ ਕੁਛ ਨਹੀਂ ਚਾਹੀਦਾ ਕਿਸੇ ਚੀਜ਼, ਲੋਕਾਂ ਨੂੰ ਤਾਂ ਚਾਹੀਦਾ ਮੇਰੀ ਬੱਤੀ ਪਾਣੀ ਠੀਕ ਹੋ ਜਾਵੇ, ਮੇਰੀਆਂ ਸੜਕਾਂ ਠੀਕ ਹੋ ਜਾਣ, ਲਾਅ ਐਂਡ ਆਰਡਰ ਠੀਕ ਹੋ ਜਾਵੇ। ਲੋਕਾਂ ਨੂੰ ਕਿਆ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਬਦਲਾਵ ਦੇ ਨਾਂ 'ਤੇ ਆਈ ਸੀਗੀ, ਵੀ ਲੋਕਾਂ ਨੂੰ ਇਹ ਚੀਜ਼ਾਂ ਤੋਂ ਨਿਜਾਤ ਮਿਲੇਗੀ ਜਾਂ ਉਹ ਪਹਿਲੀਆਂ ਹੀ ਗੱਲਾਂ, ਜਿਵੇਂ ਅਸੀਂ ਕੈਰੋ ਮਾਰਕੀਟ ਦੀ ਗੱਲ ਕਰ ਲਈਏ ਜੀ, ਹਰ ਵਾਰੀ ਹੁੰਦਾ ਜੀ ਪਾਰਕਿੰਗ ਬਣਨੀ, 15 ਸਾਲ ਤਾਂ ਮੈਨੂੰ ਸੁਣਦੇ ਨੂੰ ਹੋ ਗਏ, ਤੁਸੀਂ ਵੀ ਇੱਥੇ ਹੀ ਸੀਗੇ, ਬੜੀਆਂ ਤੁਸੀਂ ਪੋਸਟਾਂ 'ਤੇ ਰਹੇ ਹੋ, ਕੁਛ ਨਹੀਂ। ਮਤਲਬ ਜ਼ਮੀਨੀ ਹਕੀਕਤ ਕਦੋਂ ਨਜ਼ਰ ਆਏਗੀ? ਦੇਖੋ, ਸਮਾਰਟ ਸਿਟੀ ਦੇ ਵਿੱਚ 2-3 ਪ੍ਰੋਜੈਕਟਸ ਇਸ ਤਰ੍ਹਾਂ ਜਿਹੜੇ ਕੰਸਰਨ ਦੱਸੇ ਨੇ, ਉਹ ਸਾਡੀ ਸਰਕਾਰ ਜਿਹੜੀ ਬੜੇ ਜਿਹਨੂੰ ਕਹਿੰਦੇ ਆ ਕਿ ਬੜੀ ਸੀਰੀਅਸਨੈਸ ਨਾਲ ਇਹਨਾਂ ਇਸ਼ੂਜ਼ ਦੇ ਉੱਤੇ ਕੰਮ ਕਰ ਰਹੀ ਹੈ। ਔਰ ਜਿਹੜੀ ਕੈਰੋ ਮਾਰਕੀਟ ਪਾਰਕਿੰਗ ਦੀ ਗੱਲ ਤੁਸੀਂ ਕੀਤੀ ਹੈ, ਕੈਰੋ ਮਾਰਕੀਟ ਪਾਰਕਿੰਗ ਦਾ ਟੈਂਡਰ ਜਿਹੜਾ ਸੀ ਉਹ ਲਾਸਟ ਟਾਈਮ ਅਸੀਂ ਕੀਤਾ ਹੈ।
ਉਹਦੇ ਵਿੱਚ 4 ਟੈਂਡਰਕਾਰਾਂ ਨੇ ਹਿੱਸਾ ਲਿਆ ਸੀ, ਪਰ ਅਨਫੋਰਚੂਨੇਟਲੀ 2 ਟੈਂਡਰਕਾਰਾਂ ਦੇ ਜਿਹੜੇ ਕਾਗਜ਼ ਸੀ ਉਹ ਪ੍ਰੋਪਰ ਠੀਕ ਨਹੀਂ ਪਾਏ ਗਏ, ਤਿੰਨ ਦੇ। ਸੋ ਇੱਕ ਬੰਦਾ ਐਲੀਜੀਬਲ ਹੋਣ ਕਰਕੇ ਅਸੀਂ ਉਹਨੂੰ ਟੈਂਡਰ ਨਹੀਂ ਅਲਾਟ ਕਰ ਸਕੇ। ਹੁਣ ਦੁਬਾਰਾ 15th ਨੂੰ ਦੁਬਾਰਾ ਟੈਂਡਰ ਖੁੱਲ੍ਹਣਾ ਹੈ ਉਹਦਾ। ਸੋ ਅਸੀਂ ਹੋਪਫੁਲ ਹਾਂ, ਸਾਡੇ ਕੋਲ ਕਿਉਂਕਿ ਟੈਂਡਰ ਤੋਂ ਪਹਿਲਾਂ ਜਿਹੜੇ ਸੰਭਾਵਤ ਟੈਂਡਰਕਾਰ ਹੁੰਦੇ ਆ ਉਹ ਸਾਡੇ ਕੋਲ ਅਪਰੋਚ ਕਰਦੇ ਨੇ। ਸਾਡੇ ਕੋਲ ਚੰਗੀਆਂ ਕੰਪਨੀਆਂ ਜਿਹੜੀਆਂ ਨੇ ਜਿਨ੍ਹਾਂ ਦਾ ਆਲਰੇਡੀ ਇਸ ਫੀਲਡ 'ਚ ਐਕਸਪੀਰੀਅੰਸ ਹੈਗਾ ਮਲਟੀ ਲੈਵਲ ਕਾਰ ਪਾਰਕਿੰਗਸ ਬਣਾਉਣ ਦਾ, ਮੈਕਨਾਈਜ਼ਡ ਕਾਰ ਪਾਰਕਿੰਗਸ ਦਾ, ਉਹ ਸਾਡੇ ਕੋਲ ਅਪਰੋਚ ਕੀਤਾ ਹੈ। ਅਸੀਂ ਹੋਪਫੁਲ ਹੈ ਕਿ ਜਿਹੜੀ ਕੈਰੋ ਮਾਰਕੀਟ ਦੀ ਪਾਰਕਿੰਗ ਹੈ ਉਹ ਮਲਟੀ ਲੈਵਲ ਕਾਰ ਪਾਰਕਿੰਗ ਜਿਹੜੀ ਮੈਕਨਾਈਜ਼ਡ ਰੋਬੋਟ ਜਿਹੜੀ ਹੈਗੀ ਆ ਉਹ ਟੈਂਡਰ ਆ ਜਾਏਗਾ ਔਰ ਕੰਮ ਵੀ ਅਲਾਟ ਹੋ ਜਾਏਗਾ। ਵਾਟ ਅਬਾਊਟ ਟ੍ਰੈਫਿਕ ਲਾਈਟਸ ਤੇ ਵਾਟ ਅਬਾਊਟ ਕੈਮਰਾਜ਼? ਮੈਂ ਤੁਹਾਨੂੰ ਦੱਸ ਰਿਹਾ, ਜਿਹੜੀ ਟ੍ਰੈਫਿਕ ਲਾਈਟਸ ਦੀ ਆਪਾਂ ਗੱਲ ਕਰ ਰਹੇ ਹਾਂ, ਸਾਡੇ ਕੋਲ ਟੋਟਲ 40 ਜੰਕਸ਼ਨਸ ਜਿਹੜੇ ਨੇ ਕਾਰਪੋਰੇਸ਼ਨ ਦੇ ਕੋਲ ਟ੍ਰੈਫਿਕ ਲਾਈਟਸ ਇੰਸਟਾਲਡ ਹੈਗੀਆਂ ਸੀ, ਔਰ ਉਹਨਾਂ ਦੇ ਵਿੱਚੋਂ ਜੋ ਤੁਸੀਂ ਕਹੋਗੇ ਕਿ 70 ਤੋਂ 80% ਜਿਹੜੀਆਂ ਟ੍ਰੈਫਿਕ ਲਾਈਟਸ ਡਿਸਫੰਕਸ਼ਨਲ ਪਈਆਂ ਹੋਈਆਂ ਸੀ। ਇਸ ਸਰਕਾਰ ਦੇ ਆਉਣ ਦੇ ਉੱਤੇ ਇਹਦੇ ਟੈਂਡਰ ਜਿਹੜੇ ਸੀ 2 ਕੌਂਸਟੀਟੂਐਂਸੀਆਂ ਦੇ ਟੈਂਡਰ ਜਿਹੜੇ ਸੀ ਜਿਨ੍ਹਾਂ ਵਿੱਚ ਮੇਜਰਡ ਲਾਈਟਸ ਪੈਂਦੀਆਂ ਸੀ, ਉਹ ਟੈਂਡਰ ਮਟੀਰੀਅਲਾਈਜ਼ ਹੋ ਗਏ ਸੀ ਔਰ ਉਹਨਾਂ ਦਾ ਕੰਮ ਵੀ ਅਲਾਟ ਹੋ ਗਿਆ। ਸਾਡੀਆਂ ਉਹਨਾਂ ਤੁਸੀਂ ਵੇਖਿਆ ਹੋਏਗਾ ਕਿ ਅਸੀਂ ਲਾਈਟਸ ਜਿਹੜੀਆਂ ਨੇ ਉਹ ਹੁਣ ਰਿਪਲੇਸ ਕਰ ਰਹੇ ਹਾਂ। ਸਾਡੀ 40 ਦੇ ਵਿੱਚੋਂ ਤਕਰੀਬਨ ਹੁਣ ਇਸ ਵੇਲੇ ਮੇਰਾ ਅੰਦਾਜ਼ਾ ਹੈ ਕਿ 30 ਦੇ ਲਗਭਗ ਹੈਗੇ ਟ੍ਰੈਫਿਕ ਲਾਈਟਸ ਫੰਕਸ਼ਨਲ ਹੋ ਗਈਆਂ ਨੇ। ਇੱਕ ਟ੍ਰੈਫਿਕ ਲਾਈਟ ਜਿਹੜੀਆਂ ਸਾਡੀਆਂ ਉਹ ਇੰਟੀਗ੍ਰੇਟਿਡ ਟ੍ਰੈਫਿਕ ਜਿਹੜਾ ਮੈਨੇਜਮੈਂਟ ਸਿਸਟਮ ਹੈ ITMS, ਉਹ ICCC ਦਾ ਇੱਕ ਕੰਪੋਨੈਂਟ ਹੈ। ਉਹਦੇ ਵਿੱਚ ਅਸੀਂ 6 ਜਿਹੜੇ ਟ੍ਰੈਫਿਕ ਜੰਕਸ਼ਨਸ ਹੈਗੇ ਨੇ ਉਹਨਾਂ ਉੱਤੇ ਜਿਹੜੀਆਂ ਲਾਈਟਸ ਲੱਗਣੀਆਂ ਨੇ ਉਹ ਇੰਟੈਲੀਜੈਂਟ ਲਾਈਟਸ ਲੱਗਣੀਆਂ ਨੇ। ਟ੍ਰੈਫਿਕ ਦੀ ਗਿਣਤੀ ਵੇਖ ਕੇ ਟਾਈਮਿੰਗ ਉਹਨੇ ਆਪਣੇ ਆਪ ਹੀ ਐਡਜਸਟ ਕਰਨੀ ਆ। ਸੋ ਉਹ ਵੀ ਜਿਹੜੀਆਂ ਸਾਡੀਆਂ ਲਾਈਟਸ ਨੇ ਉਹ 25 ਫੈਬਰਰੀ ਨੂੰ ਬਾਹਰੋਂ ਜਿਹੜੀਆਂ ਆਉਣੀਆਂ ਉਹ ਆ ਰਹੀਆਂ ਨੇ। ਕੁੱਲ ਮਿਲਾ ਕੇ ਅਸੀਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਟ੍ਰੈਫਿਕ ਮੈਨੇਜਮੈਂਟ ਹੈ, ਜਿਹੜੀ ਲਾਈਟਿੰਗ ਦਾ ਸਿਸਟਮ ਹੈ, ਕਿਉਂਕਿ ਇੰਜੀਨੀਅਰਿੰਗ ਦਾ ਪਾਰਟ ਹੈ, ਇਹ ਅਸੀਂ ਸਾਰਾ ਜਿਹੜਾ ਹੈ ਬਾਏ 15 ਮਾਰਚ ਅਸੀਂ ਜਿਹੜੀ ਸਾਡੀਆਂ ਲਾਈਟਸ ਜਿਹੜੀਆਂ ਮਾਡਰਨ ਆ ਉਹ ਲੱਗਣੀਆਂ, ਜਿਹੜੀਆਂ ਪੁਰਾਣੀਆਂ ਰਿਪੇਅਰ ਹੋਣੀਆਂ, ਟਾਈਮਰ ਲੱਗਣ ਵਾਲੇ ਸੀ, ਉਹ ਸਾਰੇ ਇਨ ਪਲੇਸ ਹੋ ਜਾਣਗੇ। G20 ਜਿੱਦਣ ਸ਼ੁਰੂ ਹੋਣਾ ਸੁਮਿਟ ਉਸ ਤੋਂ ਸਫੀਸ਼ੀਐਂਟਲੀ ਪਹਿਲਾਂ ਮੈਂ ਤੁਹਾਨੂੰ 15 ਮਾਰਚ ਕਹਿਤਾ। ਜਿਹੜੀ ITMS ਨਾ ਉਹਦੇ ਵਿੱਚ ਟਾਈਮ ਲੱਗਣਾ। ਜਿਹੜੀਆਂ ਸਾਡੀਆਂ ਨਾਰਮਲ ਸਾਡੇ 2 ਟੈਂਡਰ ਜਿਹੜੇ ਨੇ ਜਿਹੜੇ ਕੰਮ ਚੱਲ ਰਹੇ ਨੇ, ਸਾਡੀਆਂ ਆਲਰੇਡੀ ਜਿਹੜੀ ਐਗਜ਼ਿਸਟਿੰਗ 40 ਲਾਈਟਸ ਹੈਗੀਆਂ ਉਹ 40 ਚੋਂ 6 ਛੱਡ ਦਿਓ, 34 ਲਾਈਟਸ ਜਿਹੜੀਆਂ ਬਿਲਕੁਲ ਫੰਕਸ਼ਨਲ ਹੋਣਗੀਆਂ। ਅੱਛਾ ਰਿਸ਼ੀ ਵੀ ਕਿਆ ਸਾਡੇ ਕੋਲ ਕੋਈ ਸ਼ਹਿਰ ਦਾ ਪਲਾਨ ਹੈਗਾ? ਦੇਖੋ ਨਾ ਸ਼ਹਿਰ ਦੀ ਆਬਾਦੀ ਵੱਧ ਰਹੀ ਹੈ ਬਹੁਤ ਜ਼ਿਆਦਾ। ਦੇਖੋ ਹੁਣੇ ਤੁਸੀਂ ਇੱਕ ਵਾਰਡਾਂ ਦਾ ਸਰਵੇ ਵੀ ਕਰਾਇਆ, ਹੁਣ ਕਾਰਪੋਰੇਸ਼ਨ ਦੇ ਮੇਅਰ ਵੀ ਤੁਸੀਂ ਉਹੀ ਚਾਰ ਤੁਹਾਡੇ ਕੋਲ ਹੈ ਸਾਰੇ। ਮਤਲਬ ਇਹ ਚੀਜ਼ਾਂ ਵੀ ਸ਼ਹਿਰ ਨਿਵਾਸੀਆਂ ਨੂੰ ਕਿਆ ਲੱਗਦਾ? ਆਮ ਤੌਰ ਤੇ ਤੁਸੀਂ ਦੇਖੋ ਨਾ ਬੱਚੇ ਬਾਹਰ ਜਾਈ ਜਾ ਰਹੇ ਹੈ ਜੀ। ਅਸੀਂ ਵੀ ਘਰੋਂ ਨਿਕਲਣਾ ਨਾ, ਯੂ ਵਿਲ ਨਾਟ ਬਿਲੀਵ, ਮੈਂ ਆਪਣੇ ਕਾਰ ਨਹੀਂ ਲੈ ਕੇ ਆਂਦਾ, ਬਾਈਕ ਤੇ ਜਾਣਾ, ਕਿਉਂਕਿ ਜਾਇਆ ਨਹੀਂ ਜਾਂਦਾ ਕਾਰ ਤੇ ਕਿਤੇ ਵੀ। ਕਿਆ ਲੋਕਾਂ ਨੂੰ ਮਤਲਬ 2-4 ਮਹੀਨਿਆਂ ਦੇ ਵਿੱਚ ਇਹਨਾਂ ਚੀਜ਼ਾਂ ਤੋਂ ਨਿਜਾਤ ਮਿਲਣ ਦੀ ਸੰਭਾਵਨਾ ਹੈਗੀ ਹੈ ਕਿ ਨਹੀਂ? ਦੇਖੋ ਇਹ ਚੀਜ਼ਾਂ ਜਿਹੜੀਆਂ ਨਾ ਇਹ ਲੌਂਗ ਪਰਸਪੈਕਟਿਵ ਵਾਲੇ ਹੁੰਦੀਆਂ ਕਿ ਸ਼ਹਿਰ ਦੀ ਪਲੈਨਿੰਗ ਜਿਹੜੀ ਆ ਉਹ ਸ਼ਾਰਟ ਟਰਮ ਪਲਾਨ ਹੁੰਦੇ ਆ, ਲੌਂਗ ਟਰਮ ਪਲਾਨ, ਮੀਡੀਅਮ ਟਰਮ ਪਲਾਨ ਹੁੰਦੇ ਆ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਸ਼ਹਿਰ ਦੇ ਵਿੱਚ ਹਰ ਅਸੀਂ ਜਿਹੜਾ ਸਾਡੇ ਕੋਲ ਫਿਗਰਸ ਆਈਆਂ ਕਿ ਸਾਲ ਦੇ ਵਿੱਚ 45,000 50,000 ਦੇ ਲਗਭਗ ਵਹੀਕਲਸ ਐਡ ਹੁੰਦੇ ਨੇ ਜੀ। ਅੰਮ੍ਰਿਤਸਰ ਇੱਕ ਧਾਰਮਿਕ ਆਸਥਾ ਦਾ ਕੇਂਦਰ ਹੈ, ਟੂਰਿਜ਼ਮ ਸੈਂਟਰ ਵੀ ਹੈ। ਸੋ ਅੰਮ੍ਰਿਤਸਰ ਦੇ ਵਿੱਚ ਫਲੋਟਿੰਗ ਪਾਪੂਲੇਸ਼ਨ ਵੀ ਡੇਲੀ ਬੜੀ ਆਉਂਦੀ ਹੈ। ਉਹ ਬਹੁਤ ਸਾਰੇ ਲੋਕ ਆਪਦੀਆਂ ਗੱਡੀਆਂ 'ਚ ਆਉਂਦੇ ਨੇ। ਸੋ ਸਾਡੀ ਜਿਹੜੀ ਕਪੈਸਿਟੀ ਹੈ ਇਹਨਾਂ ਨੂੰ ਹੈਂਡਲ ਕਰਨ ਦੀ ਉਹ ਸੇਮ ਹੀ ਆ। ਸਾਡੀਆਂ ਰੋਡ ਐਕਸਪੈਂਡ ਨਹੀਂ ਕੀਤੀਆਂ। ਹੋ ਸਕਦਾ ਹੈ ਤੁਸੀਂ ਇਹ ਵੀ ਕਹੋਗੇ ਕਿ BRTS ਬਣਨ ਕਰਕੇ ਰੋਡ ਦੀ ਵਿਡਥ ਜਿਹੜੀ ਉਹ ਘਟੀ ਵੀ ਗਈ ਆ, ਕਿਉਂਕਿ BRTS ਲਈ ਡੈਡੀਕੇਟ ਹੋ ਗਿਆ 1/3 ਜਿਹੜੀ ਰੋਡ ਦੀ। ਸਰ ਉਹ ਹੋ ਗਿਆ। ਦੇਖੋ ਆਟੋ ਲਈ ਸਾਡੇ ਕੋਲ ਕੋਈ ਪਲਾਨਿੰਗ ਨਹੀਂ ਹੈ, ਈ ਰਿਕਸ਼ਾ ਆ ਗਏ, ਸਾਡੇ ਕੋਲ ਕੋਈ ਪਲਾਨਿੰਗ ਨਹੀਂ ਹੈ। ਡੇ ਬਾਏ ਡੇ ਜੇ ਦੇਖੋ ਨਾ 50,000 ਨਵੀਆਂ ਗੱਡੀਆਂ ਹਰ ਸਾਲ ਐਡ ਹੋਣਗੀਆਂ, ਚੱਲਣੀਆਂ ਕਿੱਥੇ ਹੈ ਵੀ? ਲੋਕ ਤਾਂ ਫਿਰ ਛੱਡ ਕੇ ਪਹਿਲੇ ਵਿਦੇਸ਼ਾਂ ਨੂੰ ਭੱਜ ਰਹੇ। ਸਿਟੀ ਦਾ ਮਾਸਟਰ ਪਲਾਨ ਜਿਹੜਾ ਉਹ ਬਣਿਆ, ਲਾਗੂ ਹੋਇਆ, ਉਹਦੇ ਹਿਸਾਬ ਨਾਲ ਸ਼ਹਿਰ ਦੀ ਐਕਸਪੈਂਸ਼ਨ ਬਾਹਰ ਨੂੰ ਹੋਣੀ ਚਾਹੀਦੀ ਹੈ। ਸਾਡੇ ਮਾਨਯੋਗ ਲੋਕਲ ਸਥਾਨਕ ਸਰਕਾਰਾਂ ਦੇ ਮੰਤਰੀ ਸਾਹਿਬ ਨੇ ਲਾਸਟ ਵੀਕ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ ਸਾਡੇ ਨਾਲ ਸੀ ਔਰ ਉਹਨਾਂ ਨੇ ਸਾਡੇ ਨਾਲ ਜੁਆਇੰਟਲੀ ਵਿਜ਼ਿਟ ਕੀਤੀ ਹੈ ਔਰ ਸਿਟੀ ਦੇ ਵਿੱਚ ਐਕਸਪੈਂਸ਼ਨ ਲਾਈਕ ਜੇ ਅਸੀਂ ਕਹੀਏ ਕਿ ਲੋਕ ਸ਼ਹਿਰ ਦੇ ਵਿੱਚੋਂ ਪੁਰਾਣੇ ਸ਼ਹਿਰ ਤੋਂ ਨਿਕਲ ਕੇ ਬਾਹਰ ਜਾਣਾ ਹੈ ਕਿਸੇ ਨੇ, ਤਾਂ ਉਹਨੂੰ ਜਿਹੜੀ ਹਾਊਸਿੰਗ ਜਿਹੜੀ ਉਹ ਅਫੋਰਡੇਬਲ ਹਾਊਸਿੰਗ ਮਿਲੇ ਵਧੀਆ, ਉਹਦੇ ਲਈ ਉਹਨਾਂ ਨੇ 3-4 ਸਾਈਟਾਂ ਜਿਹੜੀਆਂ ਉਦੋਂ ਦੇਖੀਆਂ ਨੇ ਔਰ ਸਾਡੇ ਸੈਕਟਰੀ ਸਾਹਿਬ ਵੱਲੋਂ ਵੀ ਆਦੇਸ਼ ਨੇ ਕਿ ਇਹਨਾਂ ਸਾਈਟਾਂ ਨੂੰ ਇੰਪਰੂਵਮੈਂਟ ਟਰਸਟ ਜਿਹੜਾ ਹੈ ਉਹ ਲੈਂਡ ਪੂਲਿੰਗ ਸਕੀਮ ਦੇ ਵਿੱਚ ਮਤਲਬ ਸ਼ਹਿਰ ਦੀ ਐਕਸਪੈਂਸ਼ਨ ਲਈ ਇਹਨੂੰ ਵਧਾਵੇ, ਕਿਉਂਕਿ ਲੋਕਾਂ ਨੂੰ ਵੱਧ ਤੋਂ ਵੱਧ ਜੇ ਹਾਊਸਿੰਗ ਬਾਹਰ ਸਰਕਾਰੀ ਹਾਊਸਿੰਗ ਮਿਲੇਗੀ ਤਾਂ ਉਹ ਲੋਕੀ ਉਸ ਵਾਲੇ ਪਾਸੇ ਜਾਣਗੇ। ਅੱਛਾ ਸਰ, ਇਹ ਕਿਹਾ ਜਾਂਦਾ, ਮੇਰੀ ਮੰਤਰੀ ਸਾਹਿਬ ਨਾਲ ਗੱਲ ਹੋਈ ਸੀ, ਉਹ ਕਹਿੰਦੇ ਜੀ ਸਮਾਰਟ ਸਿਟੀ 'ਚ ਪੈਸਾ ਆਇਆ ਸੀ, ਰਿਗੋ ਬ੍ਰਿਜ ਨਵਾਂ ਬਣਨਾ ਸੀਗਾ ਉਦੋਂ, ਇਹ ਉਲਝ ਕੇ ਰਹਿ ਗਿਆ ਸਰਕਾਰਾਂ ਦੇ ਵਿੱਚ। ਪਰ ਜੋ ਵੀ ਹੈ, ਚਾਹੇ ਸਰਕਾਰਾਂ ਨੇ ਕੀਤਾ ਜਾਂ ਅਫਸਰਾਂ ਦੀ ਗਲਤੀ ਰਹੀ ਹੋ, ਨੁਕਸਾਨ ਤਾਂ ਜਨਤਾ ਨੂੰ ਝੇਲਣਾ ਪੈ ਰਿਹਾ। ਕਿਆ ਉਹ ਬ੍ਰਿਜ ਦੀ ਕੋਈ ਪਲਾਨਿੰਗ ਹੈਗੀ ਹੈ ਵੀ ਕੋਈ ਨਵਾਂ ਬਣੇਗਾ? ਜਿਵੇਂ ਤੁਸੀਂ ਕਿਹਾ ਵੀ ਇਹਦੇ 'ਤੇ ਸਟੱਡੀ ਹੋ ਰਹੀ ਹੈ, ਕਿਉਂਕਿ ਇੱਕ ਦਿਨ ਤਾਂ ਦੇਖੋ ਉਹਦਾ ਆਲਟਰਨੇਟ ਤਾਂ ਸਾਨੂੰ ਦੇਣਾ ਹੀ ਪਏਗਾ ਨਾ ਜੀ। ਅੱਜ ਨਹੀਂ ਦੇਵਾਂਗੇ, 2 ਸਾਲ ਨੂੰ ਦੇਵਾਂਗੇ, 5 ਸਾਲ ਨੂੰ, ਤੇ ਅੱਜ ਕਿਉਂ ਨਹੀਂ? ਲੋਕਾਂ ਨੂੰ ਲੋੜ ਤਾਂ ਅੱਜ ਹੈ
ਬਿਲਕੁਲ ਸਰਕਾਰ ਉਹਦੇ ਉੱਤੇ ਬੜੀ ਸੀਰੀਅਸਲੀ ਸਰਕਾਰ ਵੱਲੋਂ ਸਾਨੂੰ ਜਿਹੜਾ ਹੈ ਉਹਦੇ ਬਾਰੇ ਜੋ ਵੀ ਕਮਿਊਨੀਕੇਸ਼ਨ ਪਹਿਲਾਂ ਹੋਈ ਉਸ ਵੇਲੇ 2016-17 ਦੇ ਵਿੱਚ ਜੀ ਰੇਲਵੇ ਡਿਪਾਰਟਮੈਂਟ ਨੇ ਉਸ ਵੇਲੇ ਉਹਦੀਆਂ ਡਰਾਇੰਗਸ ਜਿਹੜੀਆਂ ਬਣਾ ਕੇ ਸਾਨੂੰ ਭੇਜ ਦਿੱਤੀਆਂ ਸੀ, ਐਸਟੀਮੇਟ ਬਣਾ ਕੇ ਭੇਜਿਆ ਸੀ 39 ਕਰੋੜ ਦੇ ਲਗਭਗ ਅੱਗੇ। ਜੀ ਤੋ ਉਹ ਰੇਲਵੇ ਪੋਰਸ਼ਨ ਦਾ ਐਸਟੀਮੇਟ ਬਣਾਇਆ ਸੀ ਉਹਨਾਂ ਨੇ, ਤੇ ਬਾਕੀ ਉਹਦੀ ਜਿਹੜੀ ਅਪਰੋਚਸ ਹੁੰਦੀਆਂ ਉਹ ਸੰਬੰਧਿਤ ਕਾਰਪੋਰੇਸ਼ਨ ਨੇ ਜਾਂ ਉਸ ਵੇਲੇ ਇੰਪਰੂਵਮੈਂਟ ਟਰਸਟ ਨੇ ਬਣਾਉਣ ਦਾ ਸੋਚਿਆ ਸੀ ਉਸ ਵੇਲੇ। ਤੋ ਉਦੋਂ ਕਿਉਂਕਿ ਤਿੰਨੋਂ ਬ੍ਰਿਜ ਇੱਕੋ ਟਾਈਮ ਨਹੀਂ ਸ਼ੁਰੂ ਹੋ ਸਕਦੇ, ਇਸ ਕਰਕੇ ਇਹਨੂੰ ਪਛਾਣ ਰੱਖਿਆ ਗਿਆ ਸੀ। ਹੁਣ ਭੰਡਾਰੀ ਬ੍ਰਿਜ ਵੀ ਕੰਪਲੀਟ ਹੈ, 22 ਨੰਬਰ ਫਾਟਕ ਵਾਲਾ ਬ੍ਰਿਜ ਜਿਹੜਾ ਉਹ ਵੀ ਆਲਮੋਸਟ ਨੀਅਰਿੰਗ ਕੰਪਲੀਸ਼ਨ ਹੈ, ਉਹ ਵੀ ਅਪ੍ਰੈਲ ਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਉਹ ਕੰਪਲੀਟ ਹੋ ਜਾਏਗਾ। ਸੋ ਉਸ ਤੋਂ ਬਾਅਦ ਹੁਣ ਜਦੋਂ ਉਹ ਦੋ ਬ੍ਰਿਜ ਚੱਲ ਪਏ ਤਾਂ ਕਾਫੀ ਹੱਦ ਤੱਕ ਰੀਗੋ ਬ੍ਰਿਜ ਦਾ ਲੋਡ ਉਹ ਲੈ ਸਕਦਾ ਹੈ। ਉਸ ਟਾਈਮ ਤੇ ਫਿਰ ਰੀਗੋ ਬ੍ਰਿਜ ਦੀ ਜਿਹੜੀ ਤਿਆਰੀ ਹੋਣੀ ਸ਼ੁਰੂ ਹੋ ਜਾਣੀ ਚਾਹੀਦੀ ਹੈ। ਮਿਊਨਿਸਪਲ ਕਾਰਪੋਰੇਸ਼ਨ ਕੋ ਨੋ ਡਾਊਟ ਥੋੜੇ ਜਿਹੇ ਫਾਈਨੈਂਸ਼ੀਅਲੀ ਉਸ ਵੇਲੇ ਸ਼ੁਰੂ ਤੋਂ ਹੀ ਕਾਰਪੋਰੇਸ਼ਨ ਜਿਹੜਾ ਫਾਈਨੈਂਸ਼ੀਅਲੀ ਹੈਂਡ ਟੂ ਮਾਊਥ ਰਿਹਾ, ਤਾਂ ਅਸੀਂ ਉਹਦੇ ਵਿੱਚ ਸਰਕਾਰ ਦਾ ਵੀ ਆਪਦਾ ਵਿਚਾਰ ਹੈ ਕਿ ਸਰਕਾਰ ਇਹਨੂੰ ਫੰਡ ਕਰੇਗੀ। ਸਰਕਾਰ ਬਿਲਕੁਲ ਸੀਰੀਅਸਲੀ ਇਹਨੂੰ ਫੰਡ ਕਰਨ ਦੀ, ਚਾਹੇ ਉਹ ਇੰਪਰੂਵਮੈਂਟ ਟਰਸਟ ਤੋਂ ਕਰਵਾਵੇ ਚਾਹੇ ਖੁਦ ਫੰਡਿੰਗ ਕਰੇ। ਉਹਦੀਆਂ ਡਰਾਇੰਗਸ ਹੈਗੀਆਂ ਨੇ, ਉਹ ਡਰਾਇੰਗਸ ਜਿਹੜੀਆਂ ਨੇ ਉਹ ਅਸੀਂ ਪੈਸੇ ਜਮ੍ਹਾਂ ਕਰਾਉਣੇ ਆ, ਤੇ ਪੈਸੇ ਜਮ੍ਹਾਂ ਕਰਾਉਣ ਤੋਂ ਬਾਅਦ ਉਹ ਜਿਹੜੀਆਂ ਡਰਾਇੰਗਸ ਹੁੰਦੀਆਂ ਉਹਦਾ ਅਪਰੂਵਲ ਰੇਲਵੇ ਤੋਂ ਮਿਲ ਜਾਂਦਾ। ਅੱਛਾ ਰਿਸ਼ੀ ਜੀ, ਤੁਸੀਂ ਗੱਲ ਕੀਤੀ ਫਾਈਨੈਂਸ਼ੀਅਲ ਜਿਹੜਾ ਹਮੇਸ਼ਾ ਕ੍ਰਾਈਸਿਸ ਰਿਹਾ ਕਾਰਪੋਰੇਸ਼ਨ ਨੂੰ, ਪਰ ਜਿੱਥੋਂ ਮੇਜਰ ਫਾਈਨਾਂਸ ਆਉਣਾ ਹੁੰਦਾ ਹੈ ਐਮਟੀਪੀ ਡਿਪਾਰਟਮੈਂਟ, ਦੇਖੋ ਨਾ ਬਹੁਤ ਸਾਰੇ ਇਲੀਗਲ ਨਿਰਮਾਣ ਹੋਏ। ਮੈਂ ਕਿਸੇ ਨੂੰ ਬਲੇਮ ਨਹੀਂ ਕਰ ਰਿਹਾ ਵੀ ਉਹਨੇ ਚੋਰੀ ਕੀਤੀ ਜਾਂ ਉਹਨੇ ਪੈਸਾ ਆਪ ਖਾ ਲਿਆ, ਬਟ ਸਿਸਟਮ ਦੇਖੋ ਨਾ, ਇੱਕ ਦੇਖੋ ਸਭ ਨੂੰ ਪਤਾ ਲੱਗ ਰਿਹਾ ਵੀ ਪਾਰਕਿੰਗ ਹੋਣੀ ਚਾਹੀਦੀ ਹੈ ਹੋਟਲਾਂ ਦੇ ਵਿੱਚ। ਇੱਥੇ 150 ਕਮਰੇ ਦੇ ਹੋਟਲ ਬਣੇ ਆ, ਪਾਰਕਿੰਗ ਹੈ ਨਹੀਂ ਉਹਦੇ ਕੋਲ। ਬਟ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਕਿਆ ਦੇ ਕੇ ਜਾ ਰਹੇ ਹਾਂ ਵੀ ਠੀਕ ਹੈ ਅੱਜ ਮੈਨੂੰ ਲੋੜ ਆ, ਮੈਂ ਆਪਣੇ ਪੈਸੇ ਲਏ ਜੇਬ 'ਚ ਪਾਏ ਤੇ ਬਾਕੀ ਸ਼ਹਿਰ ਜਾਏ ਪਹਾੜ 'ਚ, ਵੀ ਉਹ ਬਲੈਕ ਸ਼ੀਪਸ ਤੇ ਕਾਬੂ ਨਹੀਂ ਪਾਇਆ ਜਾਣਾ, ਕਿਉਂਕਿ ਇਹਨਾਂ ਦੇ ਮੂੰਹ ਨੂੰ ਖੂਨ ਲੱਗਾ ਹੈ। ਉਹਨਾਂ ਨੇ ਉਹ ਕੰਮ ਜਿਹਨੇ ਕਰਪਸ਼ਨ ਕਰਨੀ ਨਾ ਰਿਸ਼ੀ ਜੀ, ਉਹਨੇ ਕਰੀ ਜਾਣੀ ਹੈ। ਬਟ ਬੀਇੰਗ ਏ ਸਿਟੀਜ਼ਨ, ਬੀਇੰਗ ਏ ਕਮਿਸ਼ਨਰ, ਤੁਸੀਂ ਕੋਈ ਦੇਖੋ ਕੋਈ ਇਨੀਸ਼ੀਏਟ ਜਿਹੜਾ ਲਓਗੇ, ਕਿਉਂਕਿ ਬਹੁਤ ਜਿਹੜੀਆਂ ਤੇ ਬਣ ਗਈਆਂ ਬਿਲਡਿੰਗਾਂ, ਜਿਹੜੇ ਤੇ ਹੋਟਲ ਬਣ ਗਏ ਜਦੋਂ ਕੋਈ ਪਾਰਕਿੰਗ ਤੇ ਨਹੀਂ ਹੈ, ਉਹ ਤੇ ਹੁਣ ਪਾਰਕਿੰਗ ਆਉਣੀ ਨਹੀਂ। ਵੀ ਕਿਆ ਫਿਊਚਰ 'ਚ ਤੁਸੀਂ ਇਸ ਤਰ੍ਹਾਂ ਦਾ ਕੋਈ ਪਲਾਨ ਕਰ ਦਿਓ ਵੀ ਜੋ ਹੋ ਗਿਆ ਉਹਦੇ ਤੇ ਛੱਡੋ ਯਾਰ, ਅੱਜ ਤੋਂ ਬਾਅਦ ਜੋ ਕੁਝ ਹੋਏਗਾ ਉਹਦੇ ਤੇ ਸਖਤੀ ਨਾਲ ਕੋਈ ਪਲਾਨ ਤੁਸੀਂ ਲਾਗੂ ਕਰੋਗੇ? ਨਹੀਂ ਦੇਖੋ, ਪੁਰਾਣੀਆਂ ਜਿਹੜੀਆਂ ਹੋ ਗਈਆਂ ਉਹਨਾਂ ਨੂੰ ਵੀ ਸਾਨੂੰ ਕਰਨਾ ਪਏਗਾ, ਕਿਉਂਕਿ ਜਿਹੜੇ ਅੱਜ ਦੀ ਡੇਟ ਦੇ ਵਿੱਚ ਜਿਹੜੇ ਬਣਦੇ ਨੇ ਉਹ ਲੋਕੀ ਉਹਨਾਂ ਦੀ ਐਗਜ਼ਾਮਪਲ ਦਿੰਦੇ ਆ ਪੁਰਾਣੇ ਦੀ, ਵੀ ਉਹ ਕਿਸ ਤਰ੍ਹਾਂ ਬਣ ਗਈ ਜੀ। ਸੋ ਨੈਚੁਰਲੀ ਜਿਹਨੇ ਵਾਇਲੇਸ਼ਨ ਕੀਤੀ ਆ ਹੀ ਹੈਜ਼ ਟੂ ਪੇ ਦਾ ਪ੍ਰਾਈਸ। ਵਾਇਲੇਸ਼ਨ ਤੁਸੀਂ ਰੋਜ਼ ਦੇਖ ਰਹੇ ਹੋ ਕਿ ਬਿਲਡਿੰਗਾਂ ਪੁਰਾਣੀਆਂ ਬਣੀਆਂ ਨੇ ਅਸੀਂ ਸੀਲ ਕਰਦੇ ਹਾਂ ਜੀ। ਸੋ ਅਸੀਂ ਉਹ ਪ੍ਰੋਸੈਸ ਚਲਾਵਾਂਗੇ, ਪਰ ਤੁਹਾਡੇ ਮਾਧਿਅਮ ਨਾਲ ਸ਼ਹਿਰ ਵਾਸੀਆਂ ਨੂੰ ਮੈਂ ਇਹੋ ਹੀ ਜਿਹੜੀ ਹੈਗੀ ਆ ਉਹ ਅਪੀਲ ਕਰਦਾ ਕਿ ਜਿੰਨੇ ਕਿਸੇ ਨੇ ਵੀ ਕੋਈ ਬਿਲਡਿੰਗ ਬਣਾਉਣੀ ਹੈ, ਕੋਈ CLU ਸਾਡੇ ਕੋਲ ਕਰਾਉਣਾ ਹੈ, ਸਾਡੇ ਵੱਲੋਂ ਕੋਈ ਕਿਸੇ ਨੂੰ ਮੁਸ਼ਕਲ ਨਹੀਂ ਆਉਣ ਦਿੱਤੀ ਜਾਏਗੀ। ਈ ਨਕਸ਼ਾ ਦੇ ਥਰੂ, ਪੋਰਟਲ ਦੇ ਥਰੂ ਐਪਲੀਕੇਸ਼ਨ ਆਉਂਦੀ ਹੈ, ਫੇਸਲੈਸ, ਕਿਸੇ ਦੀ ਕੋਈ ਇੰਟਰੈਕਸ਼ਨ ਵੀ ਨਹੀਂ ਕਰਨੀ ਪੈਂਦੀ, ਕਿਸੇ ਨੂੰ ਭੱਜਣਾ ਵੀ ਨਹੀਂ ਪੈਂਦਾ। ਅਸੀਂ ਜਵਾਬਦੇਹ ਹੈਗੇ ਵਿਦਨ ਟਾਈਮ ਉਹਨੂੰ ਸੈਂਕਸ਼ਨ ਕਰਨ ਦੇ। ਸੋ ਅਸੀਂ ਬਿਲਕੁਲ ਉਹਨਾਂ ਦਾ ਕੰਮ ਜਿਹੜਾ ਪਹਿਲ ਦੇ ਆਧਾਰ ਤੇ ਕਰਾਂਗੇ। ਲੇਕਿਨ ਕਿਸੇ ਵੀ ਸਾਡੇ, ਜਿਵੇਂ ਤੁਸੀਂ ਗੱਲ ਕੀਤੀ ਬਲੈਕ ਸ਼ੀਪਸ, ਸਾਡੇ ਦਫ਼ਤਰ ਦੇ ਵੀ ਕਈ ਕਰਮਚਾਰੀ ਹੋਣਗੇ ਜਿਹੜੇ ਲੋਕਾਂ ਨੂੰ ਗਲਤ ਗਾਈਡ ਵੀ ਕਰਦੇ ਆ ਕਿ ਤੁਸੀਂ ਨਕਸ਼ਾ ਕਿਉਂ ਪਾਸ ਕਰਾ ਰਹੇ ਹੋ, ਕਹਿੰਦੇ ਵੀ ਮੈਨੂੰ ਫੀਸ ਦੇ ਹਾਂ ਦੋ, ਬਾਕੀ ਨਕਸ਼ਾ ਰਹਿੰਦੇ। ਇਹੋ ਜਿਹੇ ਬੰਦਿਆਂ ਤੋਂ ਬਚ ਕੇ ਸਾਨੂੰ ਦੱਸਣ, ਅਸੀਂ ਉਹੋ ਜਿਹੇ ਬੰਦਿਆਂ ਦੇ ਖਿਲਾਫ ਐਕਸ਼ਨ ਵੀ ਕਰਾਂਗੇ। ਔਰ ਆਪਣਾ ਜੈਨੂਨ ਜਿਹੜਾ ਜਿਹਨੂੰ ਕਹਿੰਦੇ ਪਰਮਿਸ਼ਨ ਦੇ ਨਾਲ ਕੰਮ ਕਰੋ। ਕੋਈ ਅਸੀਂ ਜਿਹੜਾ ਬੰਦਾ ਪਰਮਿਸ਼ਨ ਲੈ ਕੇ ਜੇ ਕਿਸੇ ਬੰਦੇ ਨੇ ਕਮਰਸ਼ੀਅਲ ਬਿਲਡਿੰਗ ਬਣਾਉਣੀ ਸ਼ੁਰੂ ਕੀਤੀ ਆ, ਨਕਸ਼ਾ ਪਾਸ ਕਰਾਇਆ, CLU ਕਰਾਈ, ਮੈਂ ਲੋਕਾਂ ਨੂੰ ਕਹਿੰਦਾ ਕਿ ਉਹੋ ਜਿਹੇ ਬੰਦਿਆਂ ਨੂੰ ਤੰਗ ਨਹੀਂ ਕਰਨਾ ਕਿਸੇ ਨੇ। ਜੇ ਉਹਨੇ ਕੋਈ ਵਾਇਲੇਸ਼ਨ ਥੋੜੀ ਜਿਹੀ ਕੀਤੀ ਆ ਉਹਨੂੰ ਅਸੀਂ ਗਾਈਡ ਕਰ ਦਈਏ, ਤੇ ਜੇ ਕਿਸੇ ਨੂੰ ਜਾ ਕੇ ਸਾਡੇ ਬੰਦਿਆਂ ਨੇ ਇਹੋ ਹੀ ਕਹਿਣਾ ਕਿ ਤੁਸੀਂ ਨਕਸ਼ਾ ਕਿਉਂ ਬਣਾ ਲਿਆ, ਤੁਸੀਂ ਇਹ ਨਕਸ਼ਾ ਵਾਲਾ ਜੱਬ ਕਿਉਂ ਲੈ ਲਿਆ, ਜੱਬ ਲੋਕੀ ਸਾਡੇ ਬੰਦੇ ਕਈ ਗਾਈਡ ਕਰਦੇ ਵੀ ਜੱਬ 'ਚ ਕਿਉਂ ਪੈ ਰਹੇ ਤੁਸੀਂ, ਮੈਨੂੰ ਫੀਸ ਦਿਓ, ਇਲੀਗਲ ਬਣਾ, ਸਰਕਾਰ ਨੂੰ ਫੀਸ ਨਾ ਦਿਓ। ਚਲੋ ਗਲਤ, ਇਹ ਚੀਜ਼ਾਂ ਗਲਤ ਹੈਗੀਆਂ ਔਰ ਗਲਤ ਦੀ ਅਸੀਂ ਹਮੇਸ਼ਾ ਦੇਖੋ ਸੁਨੀਲ ਜੀ, ਇਹਦੀ ਐਗਜ਼ਾਮਪਲ ਹੈ, ਦੇਖੋ ਜੀ ਤੁਸੀਂ ਮਾਲ ਰੋਡ ਲੈ ਲਓ, ਪਾਰਕਿੰਗਸ ਹੋਣੀ ਚਾਹੀਦੀ ਸੀ ਬੇਸਮੈਂਟ, ਕਿਸੇ ਕੋ ਪਾਰਕਿੰਗ, ਤੁਸੀਂ ਚਲੋ ਮੇਰੇ ਨਾਲ ਕਿਸੇ ਇੱਕ ਦੀ ਪਾਰਕਿੰਗ ਦਿਖਾ ਦਿਓ। ਲਾਰੈਂਸ ਰੋਡ ਵੱਡੇ ਹੋਟਲ ਬਣ ਗਏ, ਕੋਈ ਪਾਰਕਿੰਗ ਨਹੀਂ ਹੈ। ਵੀ ਕਿਆ ਤੁਸੀਂ ਉਹਨਾਂ ਕੋਲੋਂ, ਕਿਉਂਕਿ ਇਹ ਜਿਹੜੇ ਵੱਡੇ ਲੋਕ ਨੇ ਇਹਨਾਂ ਦੇ ਸੰਬੰਧ ਅਫਸਰਾਂ ਨਾਲ ਵੀ ਨੇ, ਇਹਨਾਂ ਦੇ ਸੰਬੰਧ ਲੀਡਰਾਂ ਨਾਲ ਵੀ ਨੇ, ਕਿਆ ਤੁਸੀਂ ਇਹਨਾਂ ਤੇ ਮਤਲਬ ਹਿੰਮਤ ਕਰ ਪਾਓਗੇ ਕਿ ਇਹਨਾਂ ਤੇ ਵੀ, ਇਹਨਾਂ ਕੋਲ ਵੀ ਵਸੂਲੀ ਕੀਤੀ ਜਾਏ? ਜਾਂ ਕਿਸੇ ਨੂੰ ਦੇਖੋ, ਕੋਈ ਕਹਿੰਦਾ ਨਾ ਵੀ ਪੰਜਾਬੀ 'ਚ ਕਹਿੰਦੇ ਹੀ ਸਿਆਣੇ ਵੀ ਕਾਂ ਮਾਰ ਕੇ ਟੰਗਣਾ ਹੁੰਦਾ, ਵੀ ਬਾਕੀਆਂ ਨੂੰ ਮੈਸੇਜ ਆਵੇ, ਤੇ ਇਹਨੂੰ ਲੈ ਕੇ ਕਿਆ ਕੋਈ ਪਲਾਨ ਹੈਗਾ, ਜਾਂ ਅਸੀਂ ਮਤਲਬ ਲੋਕ ਸਮਝ ਲੈਣ ਵੀ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਇਸ ਤਰ੍ਹਾਂ ਹੀ ਚੱਲਾ ਜਾਏਗਾ? ਸਟੇਟਸ ਕੋ ਨਹੀਂ ਚੱਲੇਗਾ ਇਹੋ ਜਿਹਾ, ਜਿਸ ਤਰ੍ਹਾਂ, ਕਿਉਂਕਿ ਸਰਕਾਰ ਬਦਲਾਵ ਦੇ ਨਾਂ ਤੇ ਆਈ ਸੀਗੀ ਇਸ ਵਾਰੀ। ਅਸੀਂ ਮੈਂ ਉਹ ਗੱਲ ਕਰ ਰਿਹਾ ਵੀ ਸਰਕਾਰ ਦੇ ਵੱਲੋਂ ਸਾਨੂੰ ਕੋਈ ਇਹੋ ਜਿਹਾ ਪ੍ਰੈਸ਼ਰ ਨਹੀਂ ਆ ਰਿਹਾ ਕਿਸੇ ਵੱਲੋਂ ਵੀ ਕਿਸੇ ਦੀ ਕੋਈ ਮਦਦ ਕਰੋ, ਕਿਸੇ ਦੀ ਗਲਤ ਮਦਦ ਕਰੋ। ਸਰਕਾਰ ਬੜੀ ਕਲੀਅਰ, ਸਾਡੇ ਜਿਹੜੇ ਪੋਲੀਟੀਕਲ ਐਗਜ਼ੈਕਟਿਵ ਹੈਗੇ ਉਹਦੀ ਬੜੀ ਕਲੀਅਰ ਇੰਸਟਰਕਸ਼ਨਸ ਹੈਗੀਆਂ ਕਿ ਤੁਸੀਂ ਆਪਣਾ ਰੂਲ ਆਫ ਲਾਅ ਦੇ ਅਨੁਸਾਰ ਕੰਮ ਕਰੋ, ਕਾਨੂੰਨ ਦੇ ਅਨੁਸਾਰ ਕੰਮ ਕਰੋ। ਸਾਨੂੰ ਕੋਈ ਇਹੋ ਜਿਹੀ ਕੋਈ ਕਿਸੇ ਵੱਲੋਂ ਮਤਲਬ ਗਲਤ ਕੰਮ ਲਈ ਕਦੋਂ ਫੋਰਸ ਨਹੀਂ ਕੋਈ ਹੋ ਰਿਹਾ। ਸੋ ਜੇ ਸਾਨੂੰ ਇਹੋ ਜਿਹਾ এনवायरमेंट ਮਿਲ ਰਿਹਾ ਤਾਂ ਸਾਨੂੰ ਨੈਚੁਰਲੀ, ਮੈਂ ਆਪਣੇ ਸਬਆਰਡੀਨੇਟ ਸਟਾਫ ਨੂੰ ਇਹ ਕਹਿਣਾ ਵੀ ਜੇ ਤੁਹਾਨੂੰ ਕੋਈ ਗਲਤ ਕੰਮ ਲਈ ਨਹੀਂ ਕਹਿ ਰਿਹਾ, ਤੁਸੀਂ ਗਲਤ ਕੰਮ ਕਿਉਂ ਕਰੋ?
ਮੈਂ ਤੁਹਾਨੂੰ ਗਲਤ ਕੰਮ ਲਈ ਨਹੀਂ ਕਹਾਂਗਾ ਕਿਸੇ ਲਈ, ਠੀਕ ਹੈ। ਜੇ ਕਿਸੇ ਨੇ 19-21 ਕੀਤੀ ਹੈ ਤੇ ਉਸ 19-21 ਨੂੰ ਮੈਂ ਕਹੂੰਗਾ ਵੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਠੀਕ ਕਰੋ। ਉਸ ਬੰਦੇ ਨੂੰ ਮਾਸਾ ਮੋਟਾ ਪਿੰਚ ਹੋਣਾ ਚਾਹੀਦਾ ਹੈ ਕਿ ਉਹਨੇ ਗਲਤ ਕੀਤਾ, ਜੇ ਉਹ ਠੀਕ ਕੀਤਾ ਤਾਂ ਉਹਦੇ ਕੋਲ ਸਾਨੂੰ ਜਾਣ ਦੀ ਜ਼ਰੂਰਤ ਹੀ ਨਹੀਂ ਪੈਣੀ ਸੀ ਕਿਸੇ ਨੂੰ। ਅੱਛਾ ਦੇਖੋ ਸੰਦੀਪ ਜੀ, ਦੇਖੋ ਸਮਾਂ ਘੱਟ ਹੈ, ਗੱਲਾਂ ਤੇ ਬਹੁਤ ਸਾਰੀਆਂ ਤੁਹਾਡੇ ਨਾਲ ਕਰਨ ਵਾਲੀਆਂ ਨੇ, ਅਗਲੀ ਨੈਕਸਟ ਇੰਟਰਵਿਊ 'ਚ ਕਰਾਂਗੇ। ਬਟ ਫਿਰ ਨੈਟ ਸ਼ੈਲ 'ਚ ਮੈਂ ਉੱਥੇ ਆਉਣਾ ਵੀ ਕਿਆ ਲੋਕਾਂ ਨੂੰ ਟ੍ਰੈਫਿਕ ਤੋਂ ਕਦੀ ਨਿਜਾਤ ਮਿਲੇਗੀ ਆਉਣ ਵਾਲੇ? ਤੁਸੀਂ ਦੇਖੋ ਨਾ, ਤੁਸੀਂ ਆਪ ਹੀ ਕਿਹਾ ਵੀ 50,000 ਵਾਹੀਕਲ ਐਡ ਹੋ ਰਹੇ ਨੇ, 10 ਸਾਲਾਂ 'ਚ 5 ਲੱਖ ਹੋਰ ਵਾਹੀਕਲ ਐਡ ਹੋ ਜਾਣੇ, ਵੀ ਕਿਆ ਕੋਈ ਮਾਸਟਰ ਪਲਾਨ ਹੈਗਾ ਸਾਡੇ ਕੋਲ ਸ਼ਹਿਰ ਵਾਸਤੇ? ਦੇਖੋ ਜਿਹੜਾ ਤੁਸੀਂ ਇਹ ਦੇਖੋ BRTS ਜਿਹੜਾ ਬਣਿਆ, ਇਹਦਾ ਪਰਪਸ ਇਹ ਬਣਿਆ ਸੀ ਲੋਕੀ ਵੱਧ ਤੋਂ ਵੱਧ ਪਬਲਿਕ ਟਰਾਂਸਪੋਰਟ ਯੂਜ਼ ਕਰਨ, ਇਹਦਾ ਮੁੱਖ ਮੰਤਵ ਇਹ ਸੀ। ਪਰ ਪਬਲਿਕ ਟਰਾਂਸਪੋਰਟ ਉਨੀ ਹੈ ਜਿਹੜੀ ਸਾਡੇ ਕੋਲ ਹੈਗੀ ਆ, ਤੇ ਲੇਕਿਨ ਲੋਕੀ ਨਾ ਆਪਣੀ ਕਨਵੀਨੀਅੰਸ ਵੇਖਦੇ ਆ ਕਿ ਮੈਂ ਸਕੂਟਰ ਮੇਰੇ ਕੋਲ ਹੈਗਾ ਤੇ ਮੈਂ ਮਿੰਟ 'ਚ ਆਪਣਾ ਸਕੂਟਰ ਕੱਢਿਆ ਤੇ ਮੈਂ ਇਮੀਡੀਏਟਲੀ ਪਹੁੰਚ ਗਿਆ। ਸਾਨੂੰ ਇੱਕ ਪਲੈਨਿੰਗ ਦੇਖਣੀ ਪਏਗੀ। ਅਸੀਂ ਇੱਕ ਵਿਚਾਰ ਕਰ ਰਹੇ ਹਾਂ ਕਿ ਜਿਹੜੇ ਰੋਡ ਉੱਤੇ BRTS ਚੱਲ ਰਿਹਾ ਉਹਦੇ ਉੱਤੇ ਕਿਉਂਕਿ ਆਟੋ ਇਜ਼ ਵਨ ਆਫ ਦਾ ਮੇਜਰ ਰੀਜ਼ਨਸ। ਆਟੋ ਐਂਡ ਈ-ਰਿਕਸ਼ਾ, ਇੱਕ ਈ-ਆਟੋ ਹੈ ਤੇ ਇੱਕ ਈ-ਰਿਕਸ਼ਾ। ਹੁਣ ਈ-ਰਿਕਸ਼ਾ ਦਾ ਨਾ ਤਾਂ ਰਜਿਸਟ੍ਰੇਸ਼ਨ ਦੀ ਲੋੜ ਹੈ, ਨਾ ਉਹਦੇ ਉੱਤੇ ਕੋਈ ਡਰਾਈਵਰ ਲਾਇਸੈਂਸ ਲੈ ਕੇ ਬੈਠਾ ਹੋਇਆ। ਨਹੀਂ ਬਟ ਉਹ ਵੀ ਤੁਸੀਂ ਦੇਖੋ ਨਾ, ਤੁਸੀਂ ਸਰਕਾਰ ਦਾ ਪਾਰਟ ਹੋ, ਇਹ ਹੋਣਾ ਚਾਹੀਦਾ ਨਾ ਜੀ। ਅਸੀਂ ਗਵਰਨਮੈਂਟ ਨੂੰ ਅਸੀਂ ਉਹਦੇ ਲਈ ਵੀ ਲਿਖ ਰਹੇ, ਕਾਰਪੋਰੇਸ਼ਨ ਹੀ ਕੋਈ ਫੀਸ ਲਾ ਦੇਵੇ। ਅਸੀਂ ਉਹਦੇ ਵਿੱਚ ਦੇਖ ਰਹੇ ਹਾਂ ਕਿ ਪੰਜਾਬ ਮਿਊਨਿਸਪਲ ਕਾਰਪੋਰੇਸ਼ਨ ਐਕਟ ਦੇ ਵਿੱਚ ਪ੍ਰੋਵੀਜ਼ਨ ਦੇਖ ਲਈਏ, ਕਿਉਂਕਿ ਪਹਿਲਾਂ ਜਿਸ ਤਰ੍ਹਾਂ ਆਪਾਂ ਹੱਥ ਠੇਲੇ ਜਾਂ ਰੇਹੜੀਆਂ ਉੱਤੇ ਸਾਡੇ ਕੋਲ ਲਾਇਸੈਂਸਿੰਗ ਹੁੰਦੀ ਸੀ, ਅਸੀਂ ਉਹਦੀ ਪ੍ਰੋਵੀਜ਼ਨ ਮੈਂ ਲੀਗਲੀ ਐਗਜ਼ਾਮਿਨ ਕਰਵਾ ਰਿਹਾ ਕਿ ਜੇ ਸਾਡੇ ਕੋਲ ਉਸ ਚੀਜ਼ ਨੂੰ ਅਸੀਂ ਐਕਟ ਦੇ ਵਿੱਚ ਦੇਖ ਸਕਦੇ ਹਾਂ, ਅਸੀਂ ਕੋਈ ਉਹਦਾ ਹੱਲ ਕੱਢੀਏ ਕਿ ਅਸੀਂ ਸ਼ਹਿਰ ਦੇ ਵਿੱਚ ਈ-ਰਿਕਸ਼ਾ ਜਿਹੜੇ ਉਹਦੀ ਲਿਮਿਟ ਕਰੀਏ। ਈ-ਰਿਕਸ਼ਾ ਇੱਕ ਹੋਰ ਚੀਜ਼ ਹੈ, ਫਿਰ ਇੱਕ ਈ-ਆਟੋ ਹੈ। ਹੁਣ ਸਮਾਰਟ ਸਿਟੀ ਦੇ ਵਿੱਚ ਅਸੀਂ ਜਿਹੜੀਆਂ ਕੋਆਪਰੇਟਿਵ ਯੂਨੀਅਨਸ ਬਣਾਈ ਇਹਨਾਂ ਦੀ ਰਿਕਸ਼ਾਜ਼ ਈ-ਆਟੋ ਵਾਲਿਆਂ ਦੀ, ਉਹਨਾਂ ਨੂੰ ਅਸੀਂ ਕਹਿ ਰਹੇ ਕਿ ਪੁਰਾਣੇ ਆਟੋਜ਼ ਨੂੰ ਦਿਓ ਸਾਨੂੰ ਜੀ। ਉਹਦੇ ਵਿੱਚ ਤੁਸੀਂ ਵੇਖੋ ਕਿ 1.25 ਲੱਖ ਰੁਪਇਆ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ, 1.25 ਲੱਖ ਸਬਸਿਡੀ ਹੈ, 15,000 ਰੁਪਏ ਸਕ੍ਰੈਪਿੰਗ ਫੀਸ ਹੈ। ਤੁਹਾਡਾ ਪੁਰਾਣਾ ਆਟੋ ਰਿਕਸ਼ਾ ਜਿਹੜਾ 15 ਸਾਲ ਤੋਂ ਪੁਰਾਣਾ, 10 ਸਾਲ ਤੋਂ ਪੁਰਾਣਾ, ਉਹਨੂੰ ਸਕ੍ਰੈਪ ਕਰ ਦੇਣਾ ਸੀ ਜੀ, ਉਹਦੀ 15,000 ਐਕਸਟਰਾ ਮਿਲਣਾ, ਇੱਕ 40 ਹੋ ਗਿਆ। ਫਿਰ ਸਰਕਾਰ ਨੇ ਨਵੀਂ ਜਿਹੜੀ ਲਾਸਟ ਕੈਬਨਿਟ ਮੀਟਿੰਗ ਹੈ ਉਹਦੇ ਵਿੱਚ ਗਵਰਨਮੈਂਟ ਨੇ ਡਿਸਾਈਡ ਕੀਤਾ ਕਿ ਜਿਹੜਾ ਵਹੀਕਲ ਸਕ੍ਰੈਪ ਕਰੇਗਾ ਆਪਣਾ ਪੁਰਾਣਾ ਵਹੀਕਲ, ਉਹਨੂੰ 25% ਰਜਿਸਟ੍ਰੇਸ਼ਨ ਫੀਸ ਤੇ ਛੋਟ ਹੈਗੀ ਹੈ। ਸੋ ਗਵਰਨਮੈਂਟ ਵੱਲੋਂ ਤਕਰੀਬਨ 1.5 ਤੋਂ 1,60,000 ਰੁਪਏ ਦੀ ਲਗਸ਼ਾ ਕਿ ਜਿਹੜੀ ਆ ਉਹ ਲੋਕਾਂ ਨੂੰ ਬੈਨੀਫਿਟ ਮਿਲ ਰਿਹਾ। 3-3.5 ਲੱਖ ਰੁਪਏ ਦਾ ਇੱਕ ਈ-ਆਟੋ ਆਉਂਦਾ, ਤੁਹਾਡੀ ਅੱਧੀ ਕਾਸਟ ਜਿਹੜੀ ਉਹ ਗਵਰਨਮੈਂਟ ਨੇ ਕਵਰ ਕਰਤੀ। ਤਾਂ ਮੇਰੀ ਜਿਹੜੀ ਆ ਆਟੋ ਚਲਾਉਣ ਵਾਲੇ ਭਰਾਵਾਂ ਨੂੰ ਬੇਨਤੀ ਹੈ ਕਿ ਸਾਡੇ ਕੋਲੋਂ ਵੱਧ ਤੋਂ ਵੱਧ ਫੈਸਿਲਿਟੀ ਲਓ। ਅਸੀਂ 7,000 ਆਟੋ, ਸਾਡੇ ਕੋਲ ਫੰਡ ਜਿਹੜਾ ਉਹ ਫਰੈਂਚ ਡਿਵੈਲਪਮੈਂਟ ਏਜੰਸੀ ਜਿਹੜੀ ਆ ਉਹਨੇ ਸਾਨੂੰ ਦੇ ਰਹੀ ਆ, ਸਮਾਰਟ ਸਿਟੀ 'ਚ ਉਹਦੇ ਪੈਸੇ ਦੇ ਰਹੇ ਆ। ਸੋ ਸਾਨੂੰ ਵੱਧ ਤੋਂ ਵੱਧ ਆਟੋ ਜਿਹੜੇ ਆ ਰਿਪਲੇਸ ਕਰਕੇ ਅਸੀਂ ਸ਼ਹਿਰ ਨੂੰ ਸਾਫ਼ ਕਰੀਏ। ਔਰ ਮੈਂ ਉਹ ਗੱਲ ਕਰ ਰਿਹਾ ਸੀ ਵੀ ਇੱਕ ਪਾਲਿਸੀ ਬਣਾਉਣ ਦੀ ਲੋੜ ਹੈ। ਟ੍ਰੈਫਿਕ ਇੱਕ ਮੈਨੇਜਮੈਂਟ ਜਿਹਨੂੰ ਕਹਾਂਗੇ ਪਬਲਿਕ ਟਰਾਂਸਪੋਰਟ ਦਾ ਇੱਕ, ਜੇ ਉਹਨੂੰ ਇਨਕਰੇਜ ਕਰਾਉਣਾ ਵਾ ਤਾਂ ਸਾਨੂੰ ਇਹਨਾਂ ਰੂਟਾਂ ਉੱਤੇ ਜਿਹੜੇ BRTS ਦੇ ਰੂਟ ਆ ਇਹਦੇ ਉੱਤੇ ਸਾਨੂੰ ਈ-ਰਿਕਸ਼ਾ ਤੇ ਬਿਲਕੁਲ ਬੰਦ ਕਰਨਾ ਪਏਗਾ ਜੀ। ਈ-ਆਟੋ ਅਸੀਂ ਚਲਾ ਸਕਦੇ ਹਾਂ। ਉਹਦੇ ਨਾਲ ਇੱਕ ਚੀਜ਼ ਹੈ, ਜੇ ਅਸੀਂ ਇਹ ਵਾਲੀ ਪਾਲਿਸੀ ਲਾਗੂ ਕਰ ਦਈਏ ਤੇ ਸਾਡੇ ਜਿਹੜੇ 7,000 ਆਟੋ ਦਾ ਸਾਡਾ ਟਾਰਗੇਟ ਹੈ ਨਾ ਉਹ ਪੂਰਾ ਹੋ ਜਾਏਗਾ। ਸਾਡੇ ਆਟੋ ਚਲਾਉਣ ਵਾਲੇ ਭਰਾ ਜਿਹੜੇ ਸਾਡਾ ਆਟੋ ਲੈ ਲੈਣਗੇ, ਸਬਸਿਡੀ ਅਵੇਲ ਕਰ ਲੈਣਗੇ। ਸੰਦੀਪ ਜੀ, ਇੱਕ ਮੇਰਾ ਲਾਸਟ ਸਵਾਲ ਹੈ ਤੇ ਨਾਲ ਹੀ ਸੁਝਾਅ ਵੀ ਹੈ। ਜਿਵੇਂ ਆਟੋ ਬਹੁਤ ਸਾਰੇ ਹੋ ਗਏ, ਦੇਖੋ 5 ਜ਼ੋਨ ਨੇ, ਆਪਾਂ ਆਟੋਜ਼ ਦੀ ਕੋਈ ਇਹਨਾਂ ਦੀ ਕੋਈ ਨੰਬਰਿੰਗ ਇਸ ਤਰ੍ਹਾਂ ਦੀ ਕਰ ਦਈਏ, ਉਹਨਾਂ ਰੰਗ ਹੀ ਬਦਲ ਦਈਏ ਵੀ ਇਹ ਆਟੋ ਉਧਰ ਹੀ ਚੱਲੇਗਾ, ਇਹਦੇ ਨਾਲ ਟ੍ਰੈਫਿਕ ਕਾਫੀ ਕੰਟਰੋਲ ਹੋ ਸਕੇਗਾ। ਬਿਲਕੁਲ, ਤੁਹਾਡੀ ਬਿਲਕੁਲ ਬੜਾ ਵਧੀਆ ਸੁਝਾਅ ਹੈ। ਇਹਦੇ ਵਿੱਚ ਜਿਹੜੇ ਤੁਸੀਂ ਜ਼ੋਨ ਦੀ ਗੱਲ ਕਰ ਰਹੇ ਹੋ, ਰੂਟ ਰੈਸ਼ਨਲਾਈਜੇਸ਼ਨ, ਠੀਕ ਹੈ ਨਾ। ਆਪਾਂ ਇੱਕ ਕੰਮ ਕਰੀਏ, ਜੇ ਅਸੀਂ ਇੱਕ ਤੇ ਪਹਿਲਾਂ ਤੇ ਇਹ ਆਟੋ ਨੂੰ ਕੰਟਰੋਲ ਕਰ ਲਈਏ, ਰੈਗੂਲੇਟ ਕਰ ਲਈਏ ਕਿ ਇਹਨਾਂ ਨੂੰ ਲਾਇਸੈਂਸਿੰਗ ਸਾਡੇ ਕੋਲੋਂ ਹੋਵੇ, ਠੀਕ ਹੈ। ਜੇ ਉਹਨੂੰ RTE ਤੋਂ ਲਾਇਸੈਂਸ ਨਹੀਂ ਮਿਲਣਾ ਪੈ ਰਿਹਾ, ਉਹਨੂੰ RTE ਤੋਂ ਰਜਿਸਟ੍ਰੇਸ਼ਨ ਨਹੀਂ ਕਰਾਉਣੀ ਪੈ ਰਹੀ, ਐਟਲੀਸਟ ਕਾਰਪੋਰੇਸ਼ਨ ਦੇ ਕੋਲੋਂ ਉਹਦੀ ਕੋਈ ਨਾ ਕੋਈ ਨੰਬਰ ਪਲੇਟ ਬਣਨੀ ਚਾਹੀਦੀ ਇੱਕ। ਸਰ ਉਹਦਾ 2 ਫਾਇਦੇ ਹੋਣਗੇ ਨਾ ਜੀ। ਇੱਕ ਤਾਂ ਦੇਖੋ ਕ੍ਰਾਈਮ ਹੁੰਦਾ, ਉਹਦੀ ਆਇਡੈਂਟੀਫਿਕੇਸ਼ਨ ਹੀ ਕੋਈ ਨਹੀਂ ਇਸ ਵੇਲੇ ਬੰਦੇ ਦੀ, ਤੇ ਨਾਲ ਦੀ ਨਾਲ ਰੇਹੜੀਆਂ ਨੂੰ ਲੈ ਕੇ ਸਰ ਬਹੁਤ ਬੜੀਆਂ ਪਲਾਨਿੰਗਸ ਬਣਦੀਆਂ। ਤੁਸੀਂ ਵੀ ਹਿੱਸਾ ਰਹੇ ਕਾਰਪੋਰੇਸ਼ਨ ਦਾ, ਤੇ ਕਿਆ ਉਹ ਰੇਹੜੀਆਂ ਨੂੰ ਲੈ ਕੇ ਪਲਾਨਿੰਗਾਂ ਹੀ ਬਣਦੀਆਂ ਰਹਿਣੀਆਂ ਜਾਂ ਕੁਝ ਉਹਦਾ ਹੱਲ ਨਿਕਲੇਗਾ? ਲਾਸਟ ਵਾਲਾ, ਸਟਰੀਟ ਵੈਂਡਿੰਗ ਜ਼ੋਨਸ ਜਿਹੜੇ ਸਾਡੇ 37 ਅਸੀਂ ਨੋਟੀਫਾਈ ਕੀਤੇ ਆ, ਨੋ ਡਾਊਟ ਉਹ ਪ੍ਰੋਜੈਕਟ ਪਿਛੜ ਗਿਆ ਥੋੜਾ ਸਾਡੇ ਕੋਲੋਂ। ਬਟ ਇਸ ਚੀਜ਼ ਦੇ ਉੱਤੇ ਰੇਹੜੀਆਂ ਜਿਹੜੀਆਂ, ਦੇਖੋ ਰੇਹੜੀ ਬਣੀ ਤੇ ਸਿਰਫ ਰੇਹੜਨ ਲਈ ਆ, ਵੀ ਉਹਨੇ ਕਿਤੇ ਪੱਕੀ ਥਾਂ ਤੇ ਨਹੀਂ ਖਲੋਣਾ, ਪਰ ਸਾਡੇ ਕੋਲੋਂ ਇਨਫੋਰਸਮੈਂਟ ਦੀ ਕਮੀ ਆ ਕਿ ਅਸੀਂ ਇਸ ਚੀਜ਼ ਨੂੰ ਇਨਫੋਰਸ ਨਹੀਂ ਕਰ ਸਕੇ। ਰੇਹੜੀ ਵਾਲੇ ਭਰਾ ਜਿਹੜੇ ਸਾਡੇ ਉਹ ਆਪਣੀ ਰੋਜੀ ਰੋਟੀ ਕਮਾਉਣ, ਚੰਗਾ, ਸਾਨੂੰ ਕੋਈ ਉਹਦੇ 'ਚ ਹਰਜ ਨਹੀਂ ਹੈ। ਬਟ ਜਦੋਂ ਉਹ ਇੱਕ ਥਾਂ ਤੇ ਆਪਣਾ ਅੱਡਾ ਬਣਾ ਲੈਂਦੇ ਆ, ਉਹਦੇ ਨਾਲ ਜਿਹੜੀ ਆ ਪ੍ਰੋਬਲਮ ਆਉਂਦੀ ਆ। ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਬਈ ਰੇਹੜੀ ਰੇੜਨ ਲਈ ਗਈ ਆ,
ਤੁਸੀਂ ਆਪਦੀ ਰੇਹੜੀ ਜਿਹੜੀ ਉਹ ਤੁਸੀਂ ਆਪਣੀ ਨਹੀਂ ਸਰ, ਉਹ ਫਿਰ ਸਵਾਲ ਵੀ ਜਿਵੇਂ ਰੀਡਿੰਗ ਜ਼ੋਨ ਇੱਕ ਗੱਲ ਕੀਤੀ ਸੀ ਵੀ ਹਰ ਮਤਲਬ 5 ਜਿਵੇਂ ਵਿਧਾਨ ਸਭਾ ਆਈਆਂ ਸੀਟਾਂ ਜੀ, ਵੀ ਹਰ ਵਿਧਾਨ ਸਭਾ ਦੀ ਇੱਕ ਰੇਹੜੀ ਮਾਰਕੀਟ ਜਿਵੇਂ ਚੰਡੀਗੜ੍ਹ 'ਚ ਬਣਿਆ ਜੀ, ਵੀ ਰੇਹੜੀ ਮਾਰਕੀਟ ਉਦਾਂ ਤੇ ਹੋਣੀ ਦੇਖੋ, ਅਦਰਵਾਈਜ਼ ਤਾਂ ਕੋਈ ਦੇਖੋ ਥੋੜੀ ਜਿਹੀ ਨਾ ਰੇਹੜੀ ਵਾਲਿਆਂ ਦੇ ਮਨ ਦੇ ਵਿੱਚ ਇੱਕ ਇਹ ਸ਼ੰਕਾ ਹੈਗੀ ਹੈ ਕਿ ਅਸੀਂ ਇੱਥੋਂ ਹਟਾ ਕੇ ਇੱਥੇ ਰੱਖ ਦਿੱਤੇ ਗਏ ਤੇ ਸਾਨੂੰ ਕਿਸੇ ਨੇ ਗਾਹਕ ਨਹੀਂ ਆਉਣਾ। ਜਦੋਂ ਮੈਨੂੰ ਪਤਾ ਹੈ ਕਿ ਮੈਨੂੰ ਆ ਰੇਹੜੀ ਵਾਲੀ ਚੀਜ਼ ਜਿਹੜੀ ਇੱਥੋਂ ਹੀ ਮਿਲਣੀ ਆ, ਤਾਂ ਨੋ ਡਾਊਟ ਇੱਕ ਮਨ ਦੇ ਵਿੱਚ ਜਿਹੜੀ ਉਹ ਸ਼ੰਕਾ ਹੋਣੀ ਨਹੀਂ ਚਾਹੀਦੀ। ਅਸੀਂ ਹੁਣ ਤੁਸੀਂ ਦੇਖੋ ਚਿਤਰਾ ਟਾਕੀ ਲਾਗੋਂ ਸਾਫ਼ ਕੀਤਾ ਹੈ ਤੇ ਉਹ ਵਧੀਆ ਚੱਲ ਰਿਹਾ ਸੋਹਣਾ। ਤੇ ਇਸੇ ਤਰੀਕੇ ਨਾਲ ਹੁਣ ਨੈਕਸਟ ਜਿਹੜਾ ਅਸੀਂ ਉਹ ਜਦੋਂ ਤੁਸੀਂ ਸੰਗਮ ਸਿਨੇਮੇ ਲਾਗੇ ਜਿਹੜੇ ਸੀ ਅਸੀਂ ਉਹ ਬੱਸ ਅੱਡੇ ਦੇ ਬਾਹਰ ਵਾਲੇ ਜਿਹੜੇ ਉਹ ਰਿਮੂਵ ਕਰਨੇ ਆ, ਉਹਨਾਂ ਲਈ ਮੈਂ ਪਿੱਛੇ ਬਣਾ ਦਿੱਤਾ, ਇੱਕ ਪਲੇਂਥਾਂ ਵੀ ਬਣਾਤੀਆਂ ਸਾਰੀਆਂ। ਉਹ ਹੁਣ ਉਹਨਾਂ ਨੂੰ ਨੈਕਸਟ ਸਟੈਪ ਉਹ ਅਸੀਂ ਉਹਨਾਂ ਨੂੰ ਰਿਮੂਵ ਕਰਾਂਗੇ ਉਹਦੇ ਵਿੱਚ, ਔਰ ਬੱਸ ਅੱਡੇ ਵਾਲੇ ਜ਼ੋਨ ਨੂੰ ਜਿਹੜਾ ਉਹਨੂੰ ਥੋੜਾ ਸਿਸਟਮ ਸਾਡਾ ਇਦਾਂ ਨਾ ਜੀ, ਪੋਲੀਟੀਕਲ ਸਿਸਟਮ ਹੀ ਵੋਟ ਬੈਂਕ ਬਹੁਤ ਵੱਡਾ ਹੈ ਤੇ ਫਿਰ ਸਾਨੂੰ ਉਹ ਪ੍ਰੈਸ਼ਰ ਸਪੋਰਟ ਮਿਲੀ ਹੈ ਜੀ, ਸਾਨੂੰ ਸਪੋਰਟ ਮਿਲੀ ਹੈ ਇਸ ਪੂਰੇ ਘਟਨਾਕ੍ਰਮ ਦੇ ਵਿੱਚ, ਸਾਨੂੰ ਸਪੋਰਟ ਮਿਲੀ ਹੈ ਵੀ ਤੁਸੀਂ ਇਹ ਕੰਮ ਚੰਗਾ ਕੀਤਾ ਹੈ, ਕਰੋ ਇਹਨੂੰ ਹੋਰ। ਪਬਲਿਕ ਨੂੰ ਕੋਈ ਮੈਸੇਜ ਦੇਣਾ ਚਾਹੋ ਸ਼ਹਿਰ ਵਾਸਤੇ? ਪਬਲਿਕ ਨੂੰ ਇਹ ਹੋਇਆ ਕਿ ਅਸੀਂ ਸ਼ਹਿਰ ਨੂੰ ਸਾਫ਼ ਸੁਥਰਾ ਜਿਹੜਾ ਉਹ ਬਣਾਉਣਾ ਹੈ, ਸੇਫ ਬਣਾਉਣ ਲਈ ਅਸੀਂ ਜਿਵੇਂ ਤੁਹਾਨੂੰ ਗੱਲ ਕੀਤੀ ਕਿ ਸਮਾਰਟ ਸਿਟੀ ਵਿੱਚ ICCC ਦਾ ਪ੍ਰੋਜੈਕਟ ਚੱਲ ਰਿਹਾ, ਉਹਦੇ ਵਿੱਚ ਤਕਰੀਬਨ 1200 ਕੈਮਰਾ ਜਿਹੜਾ ਹੈ ਉਹ ਵੱਖ-ਵੱਖ ਲੋਕੇਸ਼ਨਾਂ ਦੇ 480 ਲੋਕੇਸ਼ਨਸ ਆ, ਉੱਥੇ 1200 ਕੈਮਰਾ ਹੋਊਗਾ, ਔਰ ਉਹ ਕੈਮਰਾ ਜਿਹੜਾ ਉਹ ਸ਼ਹਿਰ ਦੀ ਹਰ ਐਕਟੀਵਿਟੀ ਨੂੰ ਵਾਚ ਕਰੇਗਾ। ਸ਼ਹਿਰ ਦੇ ਵਿੱਚ ਕੋਈ ਕ੍ਰਿਮੀਨਲ ਆ ਗਿਆ, ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਆਟੋਮੈਟਿਕ ਨੰਬਰ ਪਲੇਟ ਰੀਡਰ ਤੇ ਔਰ ਇੱਕ ਆਟੋਮੈਟਿਕ ਫੇਸ ਰੈਕੋਗਨੀਸ਼ਨ ਉਹਦੇ ਵਿੱਚ ਸੌਫਟਵੇਅਰ ਦੋਵਾਂ ਦੀ ਪ੍ਰੋਵੀਜ਼ਨ ਹੈਗੀ ਆ। ਔਰ ਜੇ ਕੱਲ੍ਹ ਨੂੰ ਕੋਈ ਮੰਨ ਲਓ ਪੁਲਿਸ ਨੇ ਆਪਣੇ ਵਾਂਟਡ ਕ੍ਰਿਮੀਨਲਸ ਦਾ ਫੇਸ ਜਿਹੜਾ ਸਾਨੂੰ ਫੀਡ ਕਰਾਤਾ ਉਸ ਸਿਸਟਮ ਦੇ ਵਿੱਚ, ਜਿੱਥੇ ਕਿਤੇ ਸਾਡੇ ਕੈਮਰੇ ਨੇ ਉਹ ਫੇਸ ਰੈਕੋਗਨਾਈਜ਼ ਕਰ ਲਿਆ ਤਾਂ ਪੁਲਿਸ ਦੇ ਕੰਟਰੋਲ ਰੂਮ 'ਚ ਅਲਰਟ ਜਾਏਗਾ ਔਰ ਉਹ ਅਸੀਂ ਉਸ ਬੰਦੇ ਨੂੰ ਫੜ ਸਕਦੇ ਹਾਂ ਉੱਥੋਂ ਇਮੀਡੀਏਟਲੀ। ਔਰ ਜਿਹੜੇ ਕੈਮਰਾਜ਼ ਉਹ ਸਾਰੇ ਹੀ ਸ਼ਹਿਰ ਨੂੰ ਇੱਕ ਜਿਹਨੂੰ ਕਹਿੰਦੇ ਆਈ ਬਣ ਕੇ, ਸ਼ਹਿਰ ਦੀ ਅੱਖ ਬਣ ਕੇ ਕੰਮ ਕਰਨਗੇ। ਉਹ ਸਾਡਾ ਪ੍ਰੋਜੈਕਟ ਜਿਹੜਾ ਵਿਦਨ ਨੈਕਸਟ 2 ਮੰਥਸ ਉਹ ਸਾਡਾ ਰੈਡੀ ਹੋ ਜਾਏਗਾ। ਅਸੀਂ ਸੈਂਪਲ ਦੇ ਤੌਰ ਤੇ ਸਾਡਾ ਉੱਤੇ ICCC ਦਾ ਕੰਟਰੋਲ ਰੂਮ ਜਿਹੜਾ ਰੈਡੀ ਹੈ, ਚੱਲ ਰਿਹਾ ਇਸ ਵੇਲੇ। ਸਾਡੇ ਕੋਲ ਤਕਰੀਬਨ 100 ਕੈਮਰਿਆਂ ਦੀ ਫੀਡ ਜਿਹੜੀ ਉਹਦੇ ਵਿੱਚ ਆ ਰਹੀ ਹੈ। ਸੋ ਸ਼ਹਿਰ ਵਾਸੀਆਂ ਨੂੰ ਮੈਂ ਇਹੋ ਹੀ ਵਿਸ਼ਵਾਸ ਦਿਵਾਉਣਾ ਕਿ ਮਿਊਨਿਸਪਲ ਕਾਰਪੋਰੇਸ਼ਨ ਔਰ ਸਮਾਰਟ ਸਿਟੀ ਜਿਹੜੀ ਆ ਉਹ ਸ਼ਹਿਰ ਵਾਸੀਆਂ ਦੀ ਜਿਹੜੀ ਹੈ ਸੁਵਿਧਾ ਦੇ ਲਈ ਹਮੇਸ਼ਾ ਪ੍ਰਯਾਸਰਤ ਹੈਗੀ ਆ। ਸ਼ਹਿਰ ਨੂੰ ਸਾਫ਼ ਬਣਾਵਾਂਗੇ, ਸੁੰਦਰ ਬਣਾਵਾਂਗੇ, ਸ਼ਹਿਰ ਨੂੰ ਸੇਫ ਬਣਾਵਾਂਗੇ। ਸਾਡੀ ਪੁਲਿਸ ਕਮਿਸ਼ਨਰ, ਸਾਡੇ ਡਿਪਟੀ ਕਮਿਸ਼ਨਰ ਸਾਹਿਬ, ਉਹਨਾਂ ਦੀ ਜਿਹੜੀ ਆ ਉਹਨਾਂ ਦੇ ਨਾਲ ਅਸੀਂ ਲਗਾਤਾਰ ਜਿਹੜਾ ਹੈ ਸਹਿਯੋਗ ਦੇ ਨਾਲ ਇਹ ਕੰਮ ਕਰਾਂਗੇ। ਧੰਨਵਾਦ। ਸਾਡੇ ਨਾਲ ਗੱਲ ਕਰਨ ਲਈ ਇਸ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ। ਦੇਖੋ ਇਹਨਾਂ ਨੇ ਬੜੇ ਵਿਸਤਾਰ ਨਾਲ ਦੱਸਿਆ ਵੀ ਟ੍ਰੈਫਿਕ ਪਲਾਨ ਦੇਖੋ ਮੰਨਦੇ ਨੇ ਕਿ ਟ੍ਰੈਫਿਕ ਦੀ ਸਮੱਸਿਆ ਹੈ ਹੀ ਹੈ, ਪਰ ਬਹੁਤ ਸਾਰੀਆਂ ਗੱਡੀਆਂ ਹਰ ਸਾਲ ਐਡ ਹੋ ਰਹੀਆਂ, ਸੜਕਾਂ ਉੱਡੀਆਂ ਹੀ ਹੈ। ਕਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਨੇ ਕਈ ਗਲਤੀਆਂ ਕੀਤੀਆਂ, ਪਰ ਇਸੇ ਕਰਕੇ ਹੀ ਬਦਲਾਵ ਦੇ ਨਾਂ 'ਤੇ ਸਰਕਾਰ ਦੂਸਰੀ ਨੂੰ ਚੁਣਿਆ, 92 ਦਾ ਮੈਂਡੇਟ ਦਿੱਤਾ ਲੋਕਾਂ ਨੇ। ਤੇ ਸਾਡੀ ਇਹਨਾਂ ਨੂੰ ਇੱਕ ਬੇਨਤੀ ਵੀ ਹੈ, ਜਿਵੇਂ ਕਾਰਪੈਟਿੰਗ ਕਹਿੰਦੇ ਕਰਾ ਰਹੇ ਹੈ, 에ਅਰਪੋਰਟ ਤੇ ਵੀ ਕਾਰਪੈਟਿੰਗ ਹੋ ਰਹੀ ਹੈ ਕਿਉਂਕਿ G20 ਸਮਿਟ ਆ ਗਈ। ਕਾਰਪੈਟਿੰਗ ਦਿਨ ਦੇ ਟਾਈਮ ਨਾ ਕਰਾਓ ਕਿਉਂਕਿ ਦਿਨ ਵੇਲੇ ਉੱਥੇ ਬਹੁਤ ਸਾਰਾ ਜਾਮ ਲੱਗ ਜਾਂਦਾ ਹੈ, ਲੋਕਾਂ ਦੀਆਂ ਫਲਾਈਟਸ ਜਿਹੜੀਆਂ ਉਹ ਛੁੱਟ ਰਹੀਆਂ। ਬਾਕੀ ਹੋਰ ਤੁਹਾਡੇ ਨਾਲ ਇਸ ਤਰ੍ਹਾਂ ਦੇ ਮੁੱਦੇ ਲੈ ਕੇ ਹਮੇਸ਼ਾ ਰੂਬਰੂ ਹੁੰਦੇ ਰਹਿਣਗੇ। ਇੱਕ ਇਹਨਾਂ ਨੇ ਰੀਗੋ ਬ੍ਰਿਜ ਦੀ ਗੱਲ ਕੀਤੀ ਹੈ ਵੀ ਉਹਦੀ ਦੁਬਾਰਾ ਇੱਕ ਪੂਰੀ ਜਿਹੜੀ ਹੈ ਪਲਾਨਿੰਗ ਕੀਤੀ ਜਾ ਰਹੀ ਹੈ, ਇੱਕ ਉਹਦੀ ਸਟੱਡੀ ਕੀਤੀ ਜਾ ਰਹੀ ਹੈ ਤਾਂ ਕਿ ਨਾਨ ਕਮਰਸ਼ੀਅਲ ਵਾਹਨ ਜਿਹੜੇ ਹੈਗੇ ਨੇ 4 ਵੀਲਰ ਉਹ ਉੱਥੋਂ ਲੰਘ ਸਕਣ। ਉਮੀਦ ਕਰਦੇ ਹਾਂ ਕਿ G20 ਸਮਿਟ ਦਾ ਅੰਮ੍ਰਿਤਸਰ ਵਾਸੀਆਂ ਨੂੰ ਫਾਇਦਾ ਹੋਊਗਾ ਤੇ ਜਿਹੜੀ ਸਭ ਤੋਂ ਵੱਡੀ ਸਮੱਸਿਆ ਬਣ ਚੁੱਕੀ ਹੈ ਅੰਮ੍ਰਿਤਸਰ ਦੀ, ਨਾਸੂਰ ਬਣ ਚੁੱਕਿਆ ਮੈਂ ਕਹੂੰਗਾ, ਟ੍ਰੈਫਿਕ ਜਾਮ, ਉਤੋਂ ਲੋਕਾਂ ਨੂੰ ਛੇਤੀ ਛੁਟਕਾਰਾ ਮਿਲੂਗਾ। ਅੰਮ੍ਰਿਤਸਰ ਤੋਂ D4 ਨਿਊਜ਼ ਲਈ ਦੀਪਕ ਭੰਡਾਰੀ ਦੀ ਖਾਸ ਰਿਪੋਰਟ।